मेरे लिए सब्जेक्ट रिस्की नहीं है, मेरे को लगता है कि ये इंटरटेनिंग है। अगर मैं 2 घंटा ऑडियंस के से बात कर सकता हूँ, ऑडियंस को उनका टाइम पास कर सकता हूँ या उनको मनोरंजन दे सकता हूँ, चाहे किसी रंग में दूँ, किसी तरह से भी दूँ, तो इज़ गुड, वो करना चाहिए। ਛੋਟੀ ਉਮਰ ਦੇ ਵਿੱਚ ਇੰਨੇ ਡੂੰਘੇ ਜਜ਼ਬਾਤ ਤੁਸੀਂ ਇਸ ਫਿਲਮ ਦੇ ਜ਼ਰੀਏ ਜਿਹੜੇ ਆ ਰੱਖੇ ਆ 2 ਘੰਟੇ ਤੁਸੀਂ ਆਡੀਅנס ਨਾਲ ਗੱਲ ਕਰ ਸਕਦੇ ਹੋ ਇਹ 2 ਘੰਟੇ ਗੱਲ ਕਰਨ ਦੇ ਲਈ ਕਿੰਨੇ ਸਾਲਾਂ ਦੀ ਤਪੱਸਿਆ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਹੌਲੀ-ਹੌਲੀ ਮਾਈਨਿਊਟਲੀ ਆਪਦੀ ਸਰਾਊਂਡਿੰਗ ਤੋਂ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਈਵਨ ਇੱਕ ਅੱਧੇ ਸੈਕਿੰਡ ਦਾ 1 ਸੈਕਿੰਡ ਦਾ ਇਨਸੀਡੈਂਟ ਵੀ ਤੁਹਾਡੇ ਤੇ ਅਫੈਕਟ ਕਰਦਾ ਜੀ ਜੋ ਵੀ ਤੁਹਾਡੇ ਆਊਟਸਾਈਡ ਹੁੰਦਾ ਤੁਹਾਡੇ ਅੰਦਰ ਹੁੰਦਾ ਤੁਹਾਡੇ ਨਾਲ ਹੁੰਦਾ ਤੁਹਾਡੇ ਨਾਲ ਦੇ ਨਾਲ ਹੁੰਦਾ ਤਾਂ ਹਰ ਇੱਕ ਚੀਜ਼ ਅਸੀਂ ਅਬਜ਼ੌਰਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ बार-बार बोल रहा हूँ मैं, अगर पैसे की शॉर्टेज हो जाएगी तो मैं वापस हिंदी में चला जाऊँगा। जी। एक फ़िल्म कैमरा कर लूँगा, 2 फ़िल्म तो अच्छा खासा पैसा कमा लूँगा, मेरे को टेंशन नहीं उस बात की। तो इसलिए मैं रेस में नहीं रहता हूँ बहुत ज़्यादा। ਜੀ ਜੱਗੀ ਵੀ ਡਾਇਰੈਕਟਰ ਨੇ ਬਹੁਤ ਕਮਾਲ ਦੇ ਔਰ ਉਹਨਾਂ ਦਾ ਵੀ ਇਮੋਸ਼ਨ ਐਂਗਲ ਫਿਲਮ ਦਾ ਉਹਨਾਂ ਦੀ ਯੂਐਸਪੀ ਹੁੰਦਾ ਹੈ ਜੀ। ਸੋ ਉਹਨਾਂ ਦਾ ਕੀ ਫੀਡਬੈਕ ਰਿਹਾ ਹੈ ਕਲੀ ਜੋਟਾ ਨੂੰ ਲੈ ਕੇ उन्हें क्या है ना कि उन्हें की क्या है, नए साल दे आगाज़ में ਹਾਂਜੀ ਮਤਲਬ ਹਿੰਮਤ ਚਾਹੀਦੀ ਹੈ ਇਸ ਤਰ੍ਹਾਂ ਦੀ ਫਿਲਮ ਕਰਨ ਲਈ ਔਰ ਨਵੇਂ ਸਾਲ 'ਚ ਅਸੀਂ ਪਹਿਲੀ ਫਿਲਮ ਕਲੀ ਜੋਟਾ ਤੋਂ ਆਗਾਜ਼ ਕਰ ਰਹੇ ਹਾਂ ਤੇ ਬਹੁਤ ਵੱਡੀ पंजाबी ਗੱਲ इंडस्ट्री ਹੈ ਨਾ जिंदाबाद। हाँ। इंडायरेक्टली उसने सब कुछ बोल दिया क्लाइंट के अंदर। ਰਾਈਟ ਰਾਬੀਆ ਨੂੰ ਅੰਦਰ ਕਿਸ ਤਰ੍ਹਾਂ ਤੁਸੀਂ ਵਸਾਇਆ ਹੋਇਆ ਸੀਗਾ ਕਿ ਨੀਰੂ ਨੂੰ ਮੌਕਾ ਮਿਲਿਆ ਰਾਬੀਆ ਦਾ ਕਿਰਦਾਰ ਨਿਭਾਉਣ ਦਾ ਹਰਿੰਦਰ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹਾਂਗੀ ਰਾਬੀਆ ਮੈਨੂੰ ਲੱਗਦਾ ਕਿ ਹਰ ਇੱਕ ਕੁੜੀ ਦੇ ਅੰਦਰ ਪਲਦੀ ਹੋਈ ਇੱਕ ਕੁੜੀ ਹੈ ਜਿਹੜੀ ਮੈਨੂੰ ਲੱਗਦੀ ਸੀ ਕਿ ਉਹ ਸੱਚੀ 'ਚ ਐਵੇਂ ਜੀਣਾ ਚਾਹੁੰਦੀ ਕੁਛ ਹੱਦ ਤੱਕ ਕੁੜੀਆਂ ਕੁਛ ਸਕਸੈਸਫੁਲ ਹੋ ਪਾਉਂਦੀਆਂ ਉਹਦਾ ਸਿਰਫ ਮੈਨੂੰ ਲੱਗਦਾ 5 ਔਰ 10% ਔਰ ਰਾਬੀਆ ਨੂੰ ਅਸੀਂ ਰੀਅਲ 'ਚ ਮੈਨੂੰ ਲੱਗਦਾ ਕਿ ਹਰ ਇੱਕ ਕੁੜੀ ਦੇ ਅੰਦਰ ਪਈ ਉਹ ਕੁੜੀ ਰਾਬੀਆ ਹੈਗੀ ਆ ਜਿਹੜੀ ਸਭ ਕੁਝ ਕਰਨਾ ਚਾਹੁੰਦੀ ਹੈ ਉੱਚੀ ਕਿਲਕਾਰੀਆਂ ਮਾਰਨਾ ਚਾਹੁੰਦੀ ਹੈ ਆਪਦੀ ਜ਼ਿੰਦਗੀ ਦੇ ਹਰ ਆਸਪੈਕਟ ਨੂੰ ਜਾਣਨਾ ਚਾਹੁੰਦੀ ਹੈ ਜੋ ਰੋਮਾਂਸ ਨੂੰ ਵੀ ਖੁੱਲ੍ਹ ਕੇ ਐਕਸਪ੍ਰੈਸ ਕਰਨਾ ਚਾਹੁੰਦੀ ਹੈ ਬਟ ਉਸ ਹਰ ਇੱਕ ਕੁੜੀ ਦੇ ਅੰਦਰ ਲੁੱਕ ਕੇ ਬੈਠੀ ਹੋਈ ਆ कभी कभी तो माँ बाप तक को पता नहीं होता कि वो इनडायरेक्टली कितना उनको उनकी बात नहीं सुन के या उनको एक चीज़ के लिए शाबाशी नहीं दे के कितना उनको नुकसान दे रहे हैं। मतलब उनको भी लगता है कि नहीं वो ड्यूटी कर रहे हैं, बट कहीं कहीं वो भी गलतियाँ करते हैं जो उनको समझने की टाइम या कोशिश नहीं करते, जो गलत है। ਸੋ ਹਰਿੰਦਰ ਤੁਸੀਂ ਕਿੰਨਾ ਕੁ ਖੁਦ ਫਿਲਮ ਬਣਾ ਕੇ ਰਹੇ ਹੋ ਕਿਉਂਕਿ ਜਦੋਂ ਅਸੀਂ ਵਰਕ ਕਰ ਰਹੇ ਹੁੰਦੇ ਆ ਉਦੋਂ ਅਨਡਾਊਟਡਲੀ ਸਾਡੇ ਇਮੋਸ਼ਨਸ ਹੁੰਦੇ ਨੇ ਬਟ ਦੇਖ ਕੇ मैं बता रहा हूँ वो नहीं रोई। नहीं रोई? हरिंदर नहीं, मैं बोल हरिंदर ने पहली बार देखा डबिंग में जब फिल्म इसको दिखाई हुई, तो फिर इसने फर्स्ट टाइम देखा था ये फिल्म जुड़ के आई तो ये वहाँ दबा के रोई, मतलब इतना रोई इसको, मतलब वो उसका रीजन फिल्म अच्छी थी बुरी थी उसके लिए पता नहीं मेरे को, वो इमोशनल ज़्यादा थी कि मेरी पहली फिल्म पर्दे पे देख रही है और जो मैंने सोचा था जैसा मैं समझ रही थी वो उससे बेटर आया है। तो वो इसको चुप कराना मुसीबत हो गई थी। मैं अरे आधा पौना घंटा नॉन स्टॉप बच्चे ऐसा रो रही थी और मैं कह रहा और भी 3-4 लोग थे, सब चुप कराने में लगे हुए, चुप कर ये अपने लगी हुई थी, बिजी थी रोने में। उसके बाद फर्स्ट स्क्रीनिंग हुई तब भी रोई, दबा के रोई। कल तो इसने हद ही कर दी, कल तो मतलब कल तो इसने कमाल कर दिया, मतलब इतना उसने, मतलब मेरे को खुद डर गया मैं, इतनी इमोशन कैसे होगी ये। ਰਾਈਟ ਕਿਉਂਕਿ ਹਰਿੰਦਰ ਆਈ ਥਿੰਕ ਹਰ ਚੀਜ਼ ਤੁਹਾਡੇ ਨਾਲ ਕਨੈਕਟ ਕਰਦੀ ਹੈ ਚਾਹੇ ਉਹ ਕਰੈਕਟਰਸ ਨੇ ਚਾਹੇ ਇਮੋਸ਼ਨਸ ਨੇ ਰਾਈਟ ਸੋ ਤੁਸੀਂ ਦਾਦੂ ਨੇ ਤੁਹਾਡੇ ਬਾਰੇ ਦੱਸਿਆ ਹੁਣ ਤੁਸੀਂ ਦਾਦੂ ਬਾਰੇ ਦੱਸੋ ਇਹਨਾਂ ਨੂੰ ਕੌਣ ਚੁੱਪ ਕਰਾਉਂਦਾ ਇਮੋਸ਼ਨਲ ਤੇ ਇਹ ਵੀ ਬਹੁਤ ਨੇ ਨਹੀਂ ਦਾਦੂ ਬਿਲਕੁਲ ਸ਼ੇਅਰ ਨਹੀਂ ਕਰਦੇ ਉਹਦੇ ਇਮੋਸ਼ਨ ਹੁੰਦੇ ਸਾਨੂੰ ਥੋੜਾ ਬਹੁਤ ਪਤਾ ਵੀ ਚੱਲ ਜੇ ਉਹ ਕੱਲਿਆਂ ਆਪਣੇ ਇਮੋਸ਼ਨਸ ਨੂੰ ਉਹ ਕਰਦੇ ਆ ਮਤਲਬ ਉਹ ਉਹਨਾਂ ਐਕਸਪ੍ਰੈਸ ਨਹੀਂ ਕਰਦੇ ਸਾਨੂੰ ਕਈ ਵਾਰ ਲੱਗ ਜਾਂਦਾ ਕਿ ਹਾਂ ਇਮੋਸ਼ਨਲ ਨਹੀਂ ਜਾਓ ਬਟ ਉਹ ਸ਼ੇਅਰ ਨਹੀਂ ਕਰਦੇ ਹੈਗੇ मतलब वो ਇਕੱਲੇ ਜਾ ਕੇ अपना वो मैनेज करते हैं। और सरताज जी को भी बार बार बोलता था कि सर ये फिल्म आपका काम बहुत अच्छा होगा, वो कोई यकीन नहीं करता था मेरे पे कोई नहीं कि हूँ क्या मतलब मैं तो उन्होंने इतनी जोर से हक किया मेरे को, इतनी जोर से हक किया तो मैं तो खुद हिल गया था, मैं यही सरताज जी है। ਸੋ ਤੁਹਾਡੀ ਏਜ ਤਾਂ ਬਹੁਤ ਜ਼ਿਆਦਾ ਨਹੀਂ ਹੈ ਤੁਸੀਂ ਇੰਨੀ ਜ਼ਿਆਦਾ ਆਈ ਮੀਨ ਮੈਂ ਤਾਂ ਕਹਿ ਸਕਦੀ ਹਾਂ ਵੀ ਬਹੁਤ ਡੈਪਥ ਵਾਲੀ ਸਟੋਰੀ ਜਿਹੜੀ ਲਿਖੀ ਹੈ ਬੈਸਟ ਕੰਪਲੀਮੈਂਟ ਹੁਣ ਤੱਕ ਦਾ ਕਿਹਦੇ ਤੋਂ ਮਿਲਿਆ ਔਰ ਕੀ ਮਿਲਿਆ ਜਿਹੜਾ ਤੁਹਾਨੂੰ ਬਲੇਸਿੰਗਸ ਵਾਂਗੂ ਲੱਗਿਆ ਹੋਵੇ ਕਰਨਾ ਸੀਗਾ ਸ਼ੁਰੂ ਜਿਹੜਾ ਕਾਲਜ ਵਾਲਾ ਹੋਇਆ ਜਿਹੜਾ ਸਾਡਾ ਸਲੋਗਨ ਹੈ ਇੱਕੋ ਇੱਕ ਜ਼ਿੰਦਗੀ ਮੌਜ ਨਾਲ ਜੀਵਾਂਗੇ ਹਾਸਿਆਂ ਨੂੰ ਖਾਵਾਂਗੇ ਖੁਸ਼ੀਆਂ ਨੂੰ ਪੀਵਾਂਗੇ ਅਸੀਂ ਗੁਰਦਾਸਪੁਰ ਸੀਗੇ ਐਂਡ ਅਸੀਂ ਨੈਕਸਟ ਡੇ ਸ਼ੂਟ ਕਰਨਾ ਐਂਡ ਸਾਡਾ ਇਹ ਸੀਨ ਸੀਗਾ ਹੈ ਨਾ ਤਾਂ ਦਾਦੂ ਨੂੰ ਲੱਗਦਾ ਸੀ ਕਿ ਅੱਛਾ ਠੀਕ ਆ ਉਹ ਜਾ ਰਹੀਆਂ ਤਾਂ ਕੁਛ ਹੋਣਾ ਚਾਹੀਦਾ ਉਹਨਾਂ ਦੀ ਕੁਛ ਗੱਲਬਾਤ ਤਾਂ ਸੀ ਕਿ ਉਹ ਕਹਿੰਦੀ
ਜਲਦੀ ਚੱਲ ਐਂਡ ਆਲ ਦਾ, ਕੁਝ ਹੋਰ ਵੀ ਹੋਣਾ ਚਾਹੀਦਾ ਹੈ ਨਾ। ਚੱਲ ਮੈਨੂੰ ਕਹਿੰਦੇ ਤੂੰ ਸੀਨ ਵਗੈਰਾ ਰਿਵਾਈਜ਼ ਕਰ ਸਾਰਾ। ਦਾਦੂ ਲੋਕੇਸ਼ਨ ਤੇ ਗਏ ਹੋਏ ਸੀ, ਪਿੱਛੋਂ ਮੈਂ ਕੰਮ ਕਰ ਰਹੀ ਹਾਂ, ਦੇਖ ਰਹੀ ਹਾਂ, ਮੈਂ ਰਾਸਤੇ ਨੂੰ ਸੋਚ ਰਹੀ ਹਾਂ, ਐਂਡ ਦੈਨ ਇਹ ਲਾਈਨਾਂ ਮੇਰੇ ਮਾਈਂਡ 'ਚ ਆਈਆਂ ਹੈ ਨਾ। ਔਰ ਮੈਨੂੰ ਨਹੀਂ ਪਤਾ ਸੀ ਦਾਦੂ ਨੂੰ ਚੰਗੀਆਂ ਲੱਗਣਗੀਆਂ, ਕਿਵੇਂ ਲੱਗੂਗਾ। ਮੈਂ ਕਿਹਾ ਦਾਦੂ ਮੈਂ ਇਹ ਲਿਖਿਆ ਹੈ ਨਾ, ਐਂਡ ਦਾਦੂ ਨੇ ਨਾਲ ਦੀ ਨਾਲ ਮੈਨੂੰ ਕੱਢ ਕੇ 500 ਰੁਪਏ ਦਿੱਤੇ ਹੈ ਨਾ ਉੱਥੇ ਹੀ, ਮਤਲਬ ਲਾਈਕ ਕਿ ਸ਼ਗੁਨ ਤਰ੍ਹਾਂ ਵੀ ਤੂੰ ਇਹ ਵੀ ਬਹੁਤ ਸੋਹਣੀ ਚੀਜ਼ ਵੀ ਉਹਨਾਂ ਨੂੰ ਲੱਗੀ ਵੀ ਹਾਂ ਇਹ ਹੋਣਾ ਚਾਹੀਦਾ ਸੀ ਵੀ, ਜਾਂ ਜੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੁਝ ਹੋਣਾ ਚਾਹੀਦਾ ਮਿਸਿੰਗ, ਔਰ ਇੰਨਾ ਵਧੀਆ ਤੂੰ ਉਹ ਕੀਤਾ ਹੈ ਨਾ। ਉਹਨਾਂ ਨੇ ਖੁਸ਼ੀ ਨਾਲ ਮਤਲਬ ਮੈਨੂੰ ਮੇਰੀ ਉਹ ਰਾਈਟਿੰਗ ਤੇ ਉਹ 2 ਲਾਈਨ ਨਾਲ ਹੀ ਜਿਹੜਾ ਹੈ ਨਾ ਇੱਕ ਉਹਨਾਂ ਲਈ ਉਹ ਬੈਸਟ ਕੰਪਲੀਮੈਂਟ ਸੀਗਾ ਮੈਨੂੰ। ਸਾਡਾ ਸਮਾਜ ਤੇ ਸਮਾਜ ਨਾਲ ਜੁੜੇ ਹੋਏ ਕਈ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਹੁੰਦੇ ਹੋਏ ਵੀ ਨਹੀਂ ਹੁੰਦੇ ਨੇ। ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਕੁੜੀਆਂ ਨੂੰ ਅਲੱਗ ਦੇਖਣ ਦਾ ਨਜ਼ਰੀਆ ਅਲੱਗ ਹੁੰਦਾ ਹੈ। ਅਸੀਂ ਕਹਿੰਦੇ ਹਾਂ ਕਿ ਕੁੱਖਾਂ 'ਚ ਨਾ ਮਾਰੋ, ਲੇਕਿਨ ਕੁੱਖਾਂ ਜੋ ਪੈਦਾ ਕਰਨ ਤੋਂ ਬਾਅਦ ਵੀ ਤਾਂ ਅਸੀਂ ਕਿੰਨੀ ਵਾਰ ਇੱਕ ਕੁੜੀ ਨੂੰ ਮਾਰਦੇ ਹਾਂ। ਸੋ ਨਜ਼ਰੀਆ ਵੱਖ-ਵੱਖ ਹੈ, ਸੋਚਣ ਦਾ ਤਰੀਕਾ ਵੱਖ-ਵੱਖ ਹੈ, ਸਵਾਲ ਹੈਗੇ ਵੀ ਹੈ ਤੇ ਨਹੀਂ ਵੀ ਹੈਗੇ। ਲੇਕਿਨ ਜਦੋਂ ਇਹਨਾਂ ਚੀਜ਼ਾਂ ਨੂੰ ਖੂਬਸੂਰਤੀ ਦੇ ਨਾਲ ਕੋਈ ਕੈਮਰੇ ਦੀ ਅੱਖ ਨਾਲ ਵੇਖ ਕੇ ਕੈਦ ਕਰ ਲੈਂਦਾ ਨਾ ਤੇ ਮਜ਼ਾ ਆ ਜਾਂਦਾ ਹੈ। ਖੈਰ, ਇਹੋ ਜਿਹਾ ਇੱਕ ਕਨਸੈਪਟ ਜਿਹੜਾ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕਿਆ ਹੈ। ਕਲੀ ਜੋਟਾ ਫਿਲਮ ਦਾ ਨਾਮ ਹੈ। ਵਿਜੇ ਕੁਮਾਰ ਅਰੋੜਾ ਜੀ ਯਾਨੀ ਕਿ ਸਾਡੇ ਸਾਰਿਆਂ ਦੇ ਦਾਦੂ ਨੇ ਉਹਨਾਂ ਨੂੰ ਡਾਇਰੈਕਟ ਕੀਤਾ ਹੈ, ਹਰਿੰਦਰ ਨੇ ਲਿਖਿਆ ਹੈ। ਔਰ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਨਿੱਕੀ ਨਿੱਕੀ ਬਾਰੀਕੀਆਂ ਜਿਹੜੀ ਹੈਗੀਆਂ ਨੇ, ਜਜ਼ਬਾਤ ਜਿਹੜੇ ਹੈਗੇ ਨੇ, ਸਵਾਲਾਂ ਦੇ ਜਵਾਬ ਜਿਹੜੇ ਹੈਗੇ ਨੇ, ਕਿਸ ਤਰ੍ਹਾਂ ਉਹਦੇ ਤੇ ਕੰਮ ਕੀਤਾ ਗਿਆ ਔਰ ਕਿਸ ਤਰ੍ਹਾਂ ਉਹਦੇ ਅੰਦਰ ਜਜ਼ਬਾਤ ਪਾਏ ਗਏ ਨੇ। ਸੋ ਉਸ ਦੇ ਲਈ ਸਵਾਗਤ ਕਰਨਾ ਚਾਹਾਂਗੇ ਅਸੀਂ ਦਾਦੂ ਦਾ ਐਂਡ ਰਾਈਟਰ ਸਾਹਿਬਾ ਯਾਨੀ ਕਿ ਹਰਿੰਦਰ ਜੀ ਦਾ। ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ। ਸੋ ਪਹਿਲੇ ਤੇ ਸਭ ਤੋਂ ਪਹਿਲੇ ਕਲੀ ਜੋਟਾ ਫਿਲਮ ਦੇਖਣ ਤੋਂ ਬਾਅਦ ਨਾਮ ਤੇ ਦਾਦੂ ਇੱਕ ਪਾਸੇ ਹੀ ਰਹਿ ਜਾਂਦਾ ਹੈ, ਸਿਰਫ ਕਹਾਣੀ ਔਰ ਕਿਰਦਾਰ ਤੁਹਾਡੇ ਤੇ ਇੰਨੇ ਹਾਵੀ ਹੋ ਜਾਂਦੇ ਆ ਕਿ ਤੁਸੀਂ ਬਾਹਰ ਹੀ ਨਹੀਂ ਨਿਕਲ ਪਾਉਂਦੇ, ਜਸਟ ਲਾਈਕ ਮੀ। ਸੋ ਤੁਹਾਡੇ ਕੋਲੋਂ ਸਟਾਰਟ ਕਰਨਾ ਚਾਹਾਂਗੇ ਕਿ ਇਹੋ ਜਿਹੇ ਕਨਸੈਪਟਸ ਤੇ ਕੰਮ ਕਰਨਾ, ਠੀਕ ਹੈ, ਤੁਸੀਂ ਪਹਿਲੇ ਵੀ ਜਿਹੜੇ ਕਨਸੈਪਟ ਕੀਤੇ ਹੈ, ਮਤਲਬ ਨੈਸ਼ਨਲ ਅਵਾਰਡੀ ਫਿਲਮ ਤੁਸੀਂ ਜਿਹੜੀ ਹੈ ਬਣਾਈ ਸੀ, ਔਰ ਉਸ ਤੋਂ ਬਾਅਦ ਫਿਰ ਗੁੱਡੀਆਂ ਪਟੋਲੇ ਦੀ ਗੱਲ ਕਰ ਲਈਏ, ਤੇ ਹੁਣ ਜਿਹੜੀ ਫਿਲਮ ਹੈ ਕਲੀ ਜੋਟਾ, ਇੱਕ ਡਿਫਰੈਂਟ ਇਮੋਸ਼ਨਲ ਐਂਗਲ ਪਲੱਸ ਸਮਾਜਿਕ ਪਹਿਲੂਆਂ ਨੂੰ ਦਰਸਾਉਣ ਵਾਲੀ। ਇੰਨਾ ਰਿਸਕ ਪਹਿਲੇ ਤੁਸੀਂ ਲੈਂਦੇ ਹੋ, कितों हिम्मत इन्नी लेके आने हो? रिक्स तो नहीं है, मैं इसको रिक्स नहीं समझता हूँ। मैं अच्छा काम करने की कोशिश कर रहे हैं कि थोड़ा जो मन नू शांति दे, सैटिस्फैक्शन दे। और सब्जेक्ट मैं वही पहले भी बोल चुका हूँ काफ़ी टाइम कि एक्शन हो, कॉमेडी हो, या थ्रिलर हो, या फैमिली ड्रामा हो, तो ये सभी इंटरटेनिंग है। इनका कंटेंट अच्छा होना चाहिए बेसिकली। तो ऐसा नहीं कि एक्शन रिस्की नहीं है, कॉमेडी। अभी कॉमेडी लाइन से पंद्रह बहुत फिल्में खराब हुई है जी। तो वो तो सेफर था, वो क्यों खराब हुआ? तो मेरे लिए सब्जेक्ट रिस्की नहीं है। मेरे को लगता है कि ये इंटरटेनिंग है। अगर मैं 2 घंटा ऑडियंस के से बात कर सकता हूँ, ऑडियंस को उनका टाइम पास कर सकता हूँ, या उनको मनोरंजन दे सकता हूँ, चाहे किसी रंग में दूँ, किसी तरह से भी दूँ, तो इज़ गुड। वो करना चाहिए, क्योंकि एक ही तरह का काम कर करके हम फिर उसी दायरे में, उसी एरिया में रहते हैं। मेरे को लगता है हमको एक्सपैंड या खुलना चाहिए। जैसे साउथ वालों की हम बहुत ज़्यादा बात करते हैं, अरे ये हो गया, अरे वो हो गया, ऐसा वो करता या करता, बॉलीवुड वाले। तो थोड़ा ट्राई तो करना चाहिए। शायद ਥੋੜਾ ਬਹੁਤਾ ਅਸੀਂ ਵੀ ਕਰਦੀ ਹੈ। ਤੁਸੀਂ ਬੜੇ ਹਿੰਮਤੀ ਹੋ, ਹਰ ਵਾਰ ਕੁਝ ਇਹੋ ਜਿਹਾ ਲੈ ਕੇ ਆਉਂਦੇ ਹੋ ਜੋ ਆਡੀਅנס ਚਾਹੁੰਦੀ ਹੈ ਲੇਕਿਨ ਸ਼ਾਇਦ ਮਿਲ ਨਹੀਂ ਪਾਉਂਦਾ। ਸੋ ਤੁਸੀਂ ਛੋਟੀ ਉਮਰ ਦੇ ਵਿੱਚ ਇੰਨੇ ਡੂੰਘੇ ਜਜ਼ਬਾਤ ਤੁਸੀਂ ਇਸ ਫਿਲਮ ਦੇ ਜ਼ਰੀਏ ਜਿਹੜੇ ਆ ਰੱਖੇ ਆ। ਇਸ ਤੋਂ ਪਹਿਲੇ ਜਗਦੀਪ ਸਿੱਧੂ ਨੇ ਇੱਕ ਪੋਸਟ ਪਾਈ ਸੀਗੀ ਜਿਸ ਦੇ ਵਿੱਚ ਲਿਖਿਆ ਸੀਗਾ ਕਿ ਬਾ ਕਮਾਲ ਕਹਾਣੀ ਤੁਸੀਂ ਲਿਖੀ ਹੈ, ਲੇਕਿਨ ਆਪਣੇ ਗੀਤ ਲਿਖਣੇ ਨਹੀਂ ਛੱਡਣੇ, ਕਿਉਂਕਿ ਗੁੱਡੀਆਂ ਪਟੋਲੇ ਦੇ ਵਿੱਚ ਤੁਸੀਂ ਬਹੁਤ ਹੀ ਸੋਹਣੇ ਗੀਤ ਵੀ ਦਿੱਤੇ ਆ। ਇਹ ਵਿਜ਼ਨ ਕਦੋਂ ਤੋਂ ਸਟਾਰਟ ਹੋਇਆ ਹੈ? ਕਿਉਂਕਿ ਇਹ ਜਿਹੜੀ 2 ਘੰਟੇ ਦੀ ਫਿਲਮ ਦਾਦੂ ਨੇ ਕਿਹਾ ਕਿ 2 ਘੰਟੇ ਤੁਸੀਂ ਆਡੀਅנס ਨਾਲ ਗੱਲ ਕਰ ਸਕਦੇ ਹੋ, ਇਹ 2 ਘੰਟੇ ਗੱਲ ਕਰਨ ਦੇ ਲਈ ਕਿੰਨੇ ਸਾਲਾਂ ਦੀ ਤਪੱਸਿਆ ਜਿਹੜੀ ਹੈ ਉਹ ਕੀਤੀ ਗਈ ਹੈ? ਹਾਂਜੀ, ਮੈਨੂੰ ਲੱਗਦਾ ਕਿ ਇਹ ਸਾਡੇ ਇੱਕ ਨੇਚਰ ਹੁੰਦੀ ਹੈ, ਸਾਡੀ ਸੁਭਾਅ ਹੁੰਦਾ ਹੈ, ਔਰ ਹੌਲੀ ਹੌਲੀ ਅਸੀਂ ਉਹਨੂੰ ਪਛਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਵੱਲ ਅਸੀਂ ਅਟਰੈਕਟ ਹੁੰਦੇ ਹਾਂ, ਕਿਹੜੀਆਂ ਚੀਜ਼ਾਂ ਸਾਨੂੰ ਅਫੈਕਟ ਕਰਦੀਆਂ ਨੇ, ਔਰ ਅਸੀਂ ਉਹਨਾਂ 'ਤੇ ਕਿਵੇਂ ਸੋਚਦੇ ਹਾਂ, ਹੈ ਨਾ। ਉਹਦੇ 'ਚ ਤੁਹਾਡੀ ਇਨਫੋਰਮਲ ਔਰ ਫਾਰਮਲ ਐਜੂਕੇਸ਼ਨ ਦਾ ਵੀ ਬਹੁਤ ਰੋਲ ਹੁੰਦਾ। ਸ਼ੁਰੂ ਤੋਂ ਮੈਨੂੰ ਚੀਜ਼ਾਂ ਮੈਂ ਓਬਜ਼ਰਵ ਕਰਦੀ ਸੀ, ਮੇਰੇ ਮਾਈਂਡ 'ਚ ਰਹਿੰਦੀਆਂ ਸੀ, ਐਂਡ ਦੈਨ ਫਿਰ ਆਪਣਾ ਮਾਈਂਡ ਔਰ ਆਪਣੀ ਐਜੂਕੇਸ਼ਨ ਜੋ ਵੀ ਆਪਣਾ ਆਲਾ ਦੁਆਲਾ, ਉਹਦੇ ਹਿਸਾਬ ਨਾਲ ਆਪਾਂ ਰਿਫਲੈਕਟ ਕਰਦੇ ਹਾਂ ਉਹਦੇ 'ਤੇ। ਕੋਈ ਵੀ ਚੀਜ਼ ਆਪਾਂ ਅੰਦਰ ਅਬਜ਼ੋਰਬ ਕਰ ਲਈ ਐਂਡ ਦੈਨ ਆਪਣਾ ਮਾਈਂਡ ਉਹਦੇ 'ਤੇ ਰਿਫਲੈਕਟ ਕਰਦਾ ਕਿ ਆਪਾਂ ਕੀ ਸੋਚਦੇ ਹਾਂ ਉਹਦੇ ਬਾਰੇ, ਹੈ ਨਾ। ਤਾਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਹੌਲੀ ਹੌਲੀ ਮਾਈਨਿਊਟਲੀ ਆਪਦੀ ਸਰਾਊਂਡਿੰਗ ਤੋਂ, ਤੁਸੀਂ ਛੋਟੀਆਂ ਛੋਟੀਆਂ ਗੱਲਾਂ, ਈਵਨ ਇੱਕ ਅੱਧੇ ਸੈਕਿੰਡ ਦਾ, 1 ਸੈਕਿੰਡ ਦਾ ਇਨਸੀਡੈਂਟ ਵੀ ਤੁਹਾਡੇ 'ਤੇ ਅਫੈਕਟ ਕਰਦਾ, ਜੋ ਵੀ ਤੁਹਾਡੇ ਆਊਟਸਾਈਡ ਹੁੰਦਾ, ਤੁਹਾਡੇ ਅੰਦਰ ਹੁੰਦਾ, ਤੁਹਾਡੇ ਨਾਲ ਹੁੰਦਾ, ਤੁਹਾਡੇ ਨਾਲ ਦਿਆਂ ਨਾਲ ਹੁੰਦਾ। ਤਾਂ ਉਹ ਹਰ ਇੱਕ ਚੀਜ਼ ਅਸੀਂ ਅਬਜ਼ੋਰਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ, ਐਂਡ ਦੈਨ ਫਿਰ ਉਹ ਤੁਹਾਡੀ ਰਾਈਟਿੰਗ ਰਾਹੀਂ ਆ ਜਿਹੜੀ ਉਹ ਨਿਕਲਦੀ ਹੈ। ਸੋ ਦਾਦੂ,
ਗੁਰਨਾਮ ਨੇ ਵੀ ਜਦੋਂ ਫਿਲਮ ਕੀਤੀ ਹੈ ਤੇ ਉਹਨਾਂ ਨੇ ਇੱਕ ਪੋਸਟ ਦੇ ਥੱਲੇ ਲਿਖਿਆ ਸੀਗਾ ਕਿ ਐਕਚੁਅਲ ਫਿਲਮ ਦਾਦੂ ਹੀ ਬਣਾਉਂਦੇ ਨੇ। ਠੀਕ ਹੈ, ਉਹਨਾਂ ਦਾ ਵੀ ਕਹਿਣਾ ਹੈ ਕਿ ਫਿਲਮ ਮਤਲਬ ਬੜਾ ਸਟ੍ਰੈਸ ਦੇ ਕੇ ਫਿਲਮ ਦਾਦੂ ਹੀ ਬਣਾਉਂਦੇ ਨੇ। ਸੋ ਕਲੀ ਜੋਟਾ ਦਾ ਅਸੀਂ ਦੇਖਿਆ ਫਰਸਟ ਹਾਫ ਜਾਂ ਸੈਕਿੰਡ ਹਾਫ ਦੀ ਗੱਲ ਕਰੀਏ, ਮੈਨੂੰ ਸਾਰੀ ਫਿਲਮ ਬਹੁਤ ਪੈਰਲਲ ਲੱਗੀ ਹੈ, ਕਿਉਂਕਿ ਇੱਕ ਬੈਕਡ੍ਰੌਪ ਰੱਖ ਕੇ ਇੱਕ ਕੁੜੀ ਦੀ ਹੱਸਦੇ ਹੋਏ ਚਿਹਰੇ ਕਿੱਦਾਂ ਮਾਯੂਸ ਹੋ ਜਾਂਦੇ ਨੇ ਜਾਂ ਚੁੱਪ ਹੋ ਜਾਂਦੇ ਨੇ ਜਾਂ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਨੇ, ਉਹ ਬੜੀ ਸੋਹਣੀ ਤਰੀਕੇ ਦੇ ਨਾਲ ਦਿਖਾਇਆ। ਨੀਰੂ ਤੇ ਸਰਤਾਜ ਦੀ ਜੇਕਰ ਗੱਲ ਕਰੀਏ, ਤੁਸੀਂ ਨੀਰੂ ਦੀ ਜੇਕਰ ਸਰ ਕਦੋਂ ਤੁਹਾਨੂੰ ਲੱਗਿਆ ਸੀਗਾ ਕਿ ਦੀਦਾਰ ਔਰ ਰਾਬੀਆ ਨਾਲ ਇਨਸਾਫ ਕਰਨ ਵਾਲਾ ਇਹੀ ਜੋੜੀ ਹੋ ਸਕਦੀ ਹੈ? सच बोलो झूठ बोलो। बिल्कुल सच, जो कहेंगे सच कहेंगे। नहीं देखो, क्योंकि ये नीरू जी भी शुरू से इस सब्जेक्ट के साथ जुड़े सी, जी, तो नीरू जी बहुत अच्छे एक्टर हैं और स्टार हैं जी। तो अब उससे अच्छा ऑप्शन क्या था, जब एक चीज़ अपने आप रेडीमेड मिलती है, पता है आपके पास स्टार भी है, आपके पास अच्छा एक्टर भी है, तो आधा काम तो आपका वैसे ही हो जाता है। ਪਰ ਦਾਦੂ ਉਹ ਸੁਪਰਸਟਾਰ ਸੀਗੇ ਅਨਡਾਊਟਡਲੀ, ਐਕਟਰੈਸ ਸੀਗੇ ਅਨਡਾਊਟਡਲੀ, ਕੁਈਨ ਸੀਗੇ ਅਨਡਾਊਟਡਲੀ, ਬਟ ਐਕਚੁਅਲ ਦੇ ਵਿੱਚ ਉਹਨਾਂ ਦੀ ਐਕਟਿੰਗ ਜਿਹੜੀ ਕਹਿੰਦੇ ਇਨਹਾਂਸ ਹੋਈ ਹੈ, ਉਹ ਮੈਂ ਕਹਿੰਦੀ ਹਾਂ ਮੈਨੂੰ ਲੱਗਦਾ ਉਹਨਾਂ ਦੀ ਜ਼ਿੰਦਗੀ ਦੀ, ਉਹਨਾਂ ਦੀ ਫਿਲਮ ਲਿਸਟ ਦੀ ਇਹ ਸਭ ਤੋਂ ਇੰਪੋਰਟੈਂਟ ਫਿਲਮ ਹੈ, ਕਿਉਂਕਿ ਜੋ ਨੀਰੂ ਨੂੰ ਆਡੀਅנס ਨੇ ਹੁਣ ਦੇਖਿਆ ਸ਼ਾਇਦ ਬਿਫੋਰ ਦੇਖ ਹੀ ਨਹੀਂ ਪਾਏ ਜਾਂ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਉਹ ਦਿਖਾਉਣ ਦਾ। उसकी दो तीन चीज़ें हैं, रीज़न हो सकते हैं, दो तीन बातें कि एक तो स्क्रिप्ट उस तरह की उन्होंने कोल नहीं सी, नहीं पंच, हाँ जी, तो वो एक तो कंटेंट उस तरह का गया उन्होंने कोल, फिर वो सब टाइमिंग जो सारा कुछ मिलजुल के, तो मैं ये नहीं बोल सकता तो ठीक है, अच्छा है। ਦਾਦੂ ਸਭ ਤੋਂ ਡਿਫਿਕਲਟ ਤੁਹਾਡੇ ਲਈ ਇਸ ਜਰਨੀ ਦੇ ਵਿੱਚ ਕੀ ਰਿਹਾ ਹੈ? कुछ भी नहीं। पोस्ट प्री ਦੇ ਵਿੱਚ ਨਥਿੰਗ, हाँ जी, पोस्ट कह लिए या प्री कह लिए, कुछ भी नहीं? कुछ भी नहीं, क्योंकि मैं बहुत क्लियर हूँ, मतलब क्योंकि मैं बहुत बार बोला कि मैं प्रोजेक्ट नहीं बनाता, जी, तो मेरा फंडा क्लियर है, क्योंकि मेरे को भागना नहीं है बहुत ज़्यादा, क्योंकि मैं बार बार बोल रहा हूँ अगर पैसे की शॉर्टेज हो जाएगी तो मैं वापस हिंदी में चला जाऊँगा, जी, एक फिल्म कैमरा कर लूँगा, 2 फिल्म तो अच्छा खासा पैसा कमा लूँगा, मेरे को टेंशन नहीं उस बात की, तो इसलिए मैं रेस में नहीं रहता हूँ बहुत ज़्यादा। जी, तो अगर ये प्रोजेक्ट लिया है, वो अच्छा लगा तभी उसको एक्सेप्ट किया प्रोजेक्ट को, तो फिर प्रोजेक्ट को पूरा टाइम दिया है, तो राइट, फिर उसके साथ जब आप बंदा एक चीज़ को बहुत ज़्यादा टाइम देता है, या उसके साथ टाइम देने का मतलब बहुत कुछ हो जाता है कि आप उसके साथ जाग भी रहे हो, सो भी रहे हो, उसको खा भी रहे हो, पी भी, हर तरह का अपना अपना, हर बंदा अपने अपने ढंग से काम करता है, जी, तो फिर वो चीज़ें इजी हो जाती है, वो आपकी ड्यूटी बन जाती है। फिर स्ट्रेस या वो तो हर जॉब में है, कहानी आपको नहीं, कभी कभी आपको डे नाइट काम करना पड़ता है, कभी भागना पड़ता है, कभी बहुत प्रॉब्लम होती है, वो हर जॉब में है। राइट, हम उसको ज़बरदस्ती लफ्ज़ों में बड़ा बना देते हैं और हम अल्फाज बड़े बना देते हैं, अरे ऐसा, अरे वैसा, अरे ये, अरे वो, एक तो वो मेरे को याद भी नहीं रहता तब वो तो मैं इन चीज़ों को याद भी नहीं रखता, जी, तो मेरे को लगता है ये मेरी ड्यूटी है, ये मेरा काम है, ये मेरे को करना है, अगर मैंने किया है तो अपना काम किया है, अपनी ड्यूटी की है। ਜੀ। ਦਾਦੂ ਤੁਹਾਨੂੰ ਤਾਂ ਇੰਨੇ ਅਵਾਰਡ ਮਿਲ ਚੁੱਕੇ ਹੈ ਕਿ ਫਿਲਮ ਦਾਦੂ ਹੀ ਬਣਾਉਂਦੇ ਨੇ, ਠੀਕ ਹੈ, ਸਭ ਤੋਂ ਕਾਮ ਡਾਇਰੈਕਟਰ ਦਾਦੂ ਹੀ ਨੇ ਜੋ ਬਿਨਾਂ ਸਟ੍ਰੈਸ ਤੋਂ ਸੈੱਟ ਤੇ ਹਮੇਸ਼ਾ ਨਜ਼ਰ ਆਉਂਦੇ ਨੇ, ਔਰ ਟੈਕਨੀਕਲੀ ਜੇ ਕੋਈ ਸਾਰਿਆਂ ਦਾ ਪਿਓ ਹੈਗਾ ਤੇ ਉਹ ਦਾਦੂ ਹੀ ਹੈ, ਸੋ ਇਹ ਤਾਂ ਤੁਸੀਂ ਵੀ ਮੰਨਦੇ ਹੋ? नहीं मानते? देखो ये अगर कोई बोल रहा है तो थैंक यू, ਤੁਹਾਡੇ ਆਪਣੇ ही बोल रहे ने, तो थैंक यू उनके लिए, जो भी मेरे को अगर बोलता है मैं टेक्निकली ठीक काम करता हूँ, तो सभी अच्छा कर रहे हैं आज की डेट में, तो सभी अच्छे काम कर रहे हैं, मतलब खास करके जगदीप और काफ़ी लोग अच्छा काम, मतलब और पंजाबी इंडस्ट्री ग्रोथ कर रही है और अभी और बड़ी बड़ी फिल्में बन रही है, तो ऐसा कुछ नहीं है, टेक्निकली मैं वैसा हूँ, मैं थोड़ा बहुत ठीक ठाक कर लेता हूँ, बस इतना ही है। ਅੱਛਾ ਜੱਗੀ ਦੇ ਨਾਲ ਤੁਹਾਡੇ ਬੜੇ ਅੱਛੇ ਰਿਲੇਸ਼ਨਸ ਹੈ, ਤੁਸੀਂ ਬਿਲਕੁਲ ਫੈਮਿਲੀ ਵਾਂਗੂ ਹੀ ਹੋ, ਤੇ ਸਕਰੀਨਿੰਗ ਤੇ ਜਦੋਂ ਉਹ ਆਏ ਸੀਗੇ ਸਾਰਿਆਂ ਨੇ ਕਿਹਾ ਵੀ ਅਸੀਂ ਫਿਲਮ ਦੇਖ ਕੇ ਰੋਏ ਆ, ਮੈਂ ਵੀ ਰੋਈ, ਤੁਸੀਂ ਵੀ ਰੋਏ ਹੋ, ਹੈ ਨਾ, ਇੱਕ ਸਭ ਨੇ ਆਪਣੇ ਆਪਣੇ ਨਜ਼ਰੀਏ। ਜੱਗੀ ਵੀ ਡਾਇਰੈਕਟਰ ਨੇ ਬਹੁਤ ਕਮਾਲ ਦੇ, ਔਰ ਉਹਨਾਂ ਦਾ ਵੀ ਇਮੋਸ਼ਨ ਐਂਗਲ ਫਿਲਮ ਦਾ ਉਹਨਾਂ ਦੀ USP ਹੁੰਦਾ ਹੈ, ਸੋ ਉਹਨਾਂ ਦਾ ਕੀ ਫੀਡਬੈਕ ਰਿਹਾ ਹੈ ਕਲੀ ਜੋਟਾ ਨੂੰ ਲੈ ਕੇ? ਉਹਨੇ ਕਿਹਾ ਨਾ ਕਿ ਉਹਨੇ ਕੀ ਕਿਹਾ, ਨਵੇਂ ਸਾਲ ਦੇ ਆਗਾਜ਼ ਲਈ, ਹਾਂਜੀ, ਮਤਲਬ ਹਿੰਮਤ ਚਾਹੀਦੀ ਹੈ ਇਸ ਤਰ੍ਹਾਂ ਦੀ ਫਿਲਮ ਕਰਨ ਲਈ, ਔਰ ਨਵੇਂ ਸਾਲ 'ਚ ਅਸੀਂ ਪਹਿਲੀ ਫਿਲਮ ਕਲੀ ਜੋਟਾ ਤੋਂ ਆਗਾਜ਼ ਕਰ ਰਹੇ ਹਾਂ ਤੇ ਬਹੁਤ ਵੱਡੀ ਗੱਲ इंडस्ट्री ਹੈ ना। जिंदाबाद, हाँ। इंडायरेक्टली उसने सब कुछ बोल दिया कि लाइन के अंदर। ਰਾਈਟ, ਸੋ ਬਹੁਤ ਅੱਛੀ ਗੱਲ ਹੈ, ਜਜ਼ਬਾਤਾਂ ਨੂੰ ਜਦੋਂ ਜਜ਼ਬਾਤਾਂ ਵਾਲੇ ਸਮਝਣ ਲੱਗ ਜਾਂਦੇ ਨੇ ਤੇ ਹੋਰ ਵਧੀਆ ਲੱਗਦਾ ਹੈ। ਰਾਬੀਆ ਦਾ ਕਿਰਦਾਰ, ਹਾਂਜੀ, ਮੈਨੂੰ ਨਹੀਂ ਲੱਗਦਾ, ਦਾਦੂ ਨੇ ਵੀ ਕਿਹਾ ਵੀ ਮੈਂ ਵੀ ਬਹੁਤ ਰੋਇਆ, ਨੀਰੂ ਕੱਲ ਵੀ ਰੋਏ ਨੇ, ਪ੍ਰੀਵੀਅਸ ਸਕਰੀਨਿੰਗ ਤੇ ਵੀ ਬਹੁਤ ਰੋਏ ਨੇ, ਰਾਬੀਆ
ਨੂੰ ਅੰਦਰ ਕਿਸ ਤਰ੍ਹਾਂ ਤੁਸੀਂ ਵਸਾਇਆ ਹੋਇਆ ਸੀਗਾ ਕਿ ਨੀਰੂ ਨੂੰ ਮੌਕਾ ਮਿਲਿਆ ਰਾਬੀਆ ਦਾ ਕਿਰਦਾਰ ਨਿਭਾਉਣ ਦਾ? ਹਰਿੰਦਰ, ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹਾਂਗੀ। ਰਾਬੀਆ ਮੈਨੂੰ ਲੱਗਦਾ ਕਿ ਹਰ ਇੱਕ ਕੁੜੀ ਦੇ ਅੰਦਰ ਪਲਦੀ ਹੋਈ ਇੱਕ ਕੁੜੀ ਹੈ, ਜਿਹੜੀ ਮੈਨੂੰ ਲੱਗਦੀ ਸੀ ਕਿ ਉਹ ਸੱਚੀ 'ਚ ਐਵੇਂ ਜੀਣਾ ਚਾਹੁੰਦੀ। ਕੁਛ ਹੱਦ ਤੱਕ ਕੁੜੀਆਂ ਕੁਛ ਸਕਸੈਸਫੁਲ ਹੋ ਪਾਉਂਦੀਆਂ, ਉਹਦਾ ਸਿਰਫ ਮੈਨੂੰ ਲੱਗਦਾ 5 ਔਰ 10%। ਔਰ ਰਾਬੀਆ ਨੂੰ ਅਸੀਂ ਰੀਅਲ 'ਚ ਮੈਨੂੰ ਲੱਗਦਾ ਕਿ ਹਰ ਇੱਕ ਕੁੜੀ ਦੇ ਅੰਦਰ ਪਈ ਉਹ ਕੁੜੀ ਰਾਬੀਆ ਹੈਗੀ ਹੈ, ਜਿਹੜੀ ਸਭ ਕੁਝ ਕਰਨਾ ਚਾਹੁੰਦੀ ਹੈ, ਉੱਚੀ ਕਿਲਕਾਰੀਆਂ ਮਾਰਨਾ ਚਾਹੁੰਦੀ ਹੈ, ਆਪਦੀ ਜ਼ਿੰਦਗੀ ਦੇ ਹਰ ਆਸਪੈਕਟ ਨੂੰ ਜਿਉਣਾ ਚਾਹੁੰਦੀ ਹੈ, ਜੋ ਰੋਮਾਂਸ ਨੂੰ ਵੀ ਖੁੱਲ੍ਹ ਕੇ ਐਕਸਪ੍ਰੈਸ ਕਰਨਾ ਚਾਹੁੰਦੀ ਹੈ, ਬਟ ਉਸ ਹਰ ਇੱਕ ਕੁੜੀ ਦੇ ਅੰਦਰ ਲੁਕ ਕੇ बैठी हुई है। जी, इसमें मेरे को याद है जो आपने पूछा था, मैं नहीं बोल पाया था तभी, अभी ये बोली तो मेरे को याद आया राबिया। तो जब हम लोग बात कर रहे थे आपस में, जब नीरू जी को मैं नरेट किया तो मैंने उन्होंने गल की थी कि मैं इस तरह देख रहा हूँ, इस तरह लगता है, इस तरह लग रहा है। तो नीरू जी ने बोला कि हाँ ओके गुड। मैंने बहुत मतलब वो नॉर्मली इस तरह के कैरेक्टर उन्होंने काफ़ी किए, जो फर्स्ट राबिया कैरेक्टर उन्होंने बहुत ज़्यादा किया हुआ है हर फिल्म, तो उनके लिए बहुत मैंने 2 लाइन में बोला था, नीरू जी मेरे को लगता है कि जो आपने किया, जो ये है इसमें थोड़ा सा डिफरेंस है। मेरा जो कैरेक्टर चुलबुला है, ब्लैक नहीं देखता, सिर्फ वाइट देखता है, उसके लिए हर चीज खूबसूरत है, पॉजिटिव वाला है, कलरफुल है, और वो कैरेक्टर हवा में रहता है, मतलब 2 स्टेप जमीन से ऊपर चलता है, इतना ही नो। मैं बोला फर्क सिर्फ इतना होना चाहिए कि वो कैरेक्टर के अंदर बच्चा होना चाहिए। मैं बोला एक 18 साल की लड़की शरारत कर रही है, या 20 साल की, जब 22 साल की लड़की शरारत कर रही है, और वो 4 साल की लड़की शरारत कर रही है, सेम चीज कर रही है, तो डिफरेंस क्या आएगा दोनों में? 100% डिफरेंस होगा। जो प्योरिटी 4 साल की लड़की में होगी, वो 22 साल या 25 साल की लड़की में कभी नहीं हो सकती। तो मैं बोला मैंने इस तरह से बोला था, क्योंकि मेरे को ज़्यादा बोलना नहीं आता। तो मैं बोला था मेरे को ऐसा लगता है वो कैरेक्टर ये 4 साल की बच्ची होनी चाहिए, जो इसके अंदर बहुत ज़्यादा प्योरिटी हो, जो अगर मजाक करे, छेड़छाड़ करे, कुछ भी करे, प्योर से करे, उसमें वो अंदर मैच्योरिटी ना आए, मतलब जहाँ चलाकी ना दिखे आंखों में, जहाँ इनोसेंस देखे। कोशिश ये करना कि वो कैरेक्टर अपने आप में लगे कि छोटा बच्चा इनोसेंस है, गुस्सा ना आए किसी को, कुछ भी करे वो अच्छा लगे बस। ਬਹੁਤ ਅੱਛੀ ਗੱਲ ਹੈ। ਸੋ ਤੁਹਾਡੇ ਤੇ ਵਾਪਸ ਆਣਾ ਚਾਹਾਂਗੀ। ਰਾਬੀਆ ਦਾ ਕਿਰਦਾਰ ਮੈਨੂੰ ਲੱਗਦਾ ਸਾਰਿਆਂ ਦੇ ਦਿਲਾਂ 'ਚ ਘਰ ਕਰ ਚੁੱਕਿਆ ਹੈ ਨਾ। ਨਿੱਕੀ ਨਿੱਕੀ ਚੀਜ਼ਾਂ ਨੂੰ ਤੁਸੀਂ ਵਿਖਾਇਆ ਹੈ। ਤੁਸੀਂ ਇੱਕ ਚੀਜ਼ ਇਸ ਦੇ ਵਿੱਚ ਵਿਖਾਈ ਹੈ, ਉਹਨਾਂ ਦੀ ਡਰਾਇੰਗ ਬੁੱਕ। ਹਾਂਜੀ, ਠੀਕ ਹੈ। ਉਹ ਡਰਾਇੰਗ ਬੁੱਕ ਦੇ ਪਿੱਛੇ ਵੀ ਕੋਈ ਸਟੋਰੀ ਹੈ, ਜਾਂ ਸਿਰਫ ਇੱਕ ਕਹਾਣੀ ਦਾ ਆਧਾਰ ਬਣਾਉਣਾ ਸੀਗਾ, ਜਿਸ ਦੇ ਜ਼ਰੀਏ ਉਹਨਾਂ ਦੇ ਕਹਿ ਲਓ ਵੀ ਕਹਾਣੀ ਨੂੰ ਅੱਗੇ ਵਧਾਉਣ ਦੇ ਲਈ ਇਸ ਪ੍ਰੋਪ ਨੂੰ ਯੂਜ਼ ਕੀਤਾ ਗਿਆ? ਨਹੀਂ, ਪਹਿਲਾਂ ਸ਼ੁਰੂ 'ਚ ਜਦੋਂ ਮੈਂ ਲਿਖੀ ਸੀਗੀ ਸਕ੍ਰਿਪਟ, ਤਾਂ ਉਹ ਡਾਇਰੀ ਸੀ ਸਿਰਫ, ਉਹ ਸਕੈਚ ਬੁੱਕ ਨਹੀਂ ਅਸੀਂ ਉਹਦੇ 'ਚ ਐਡ ਕੀਤੀ ਸੀ। ਹਾਂਜੀ, ਤਾਂ ਫਿਰ ਜਿੱਦਾਂ ਦਾ ਉਹਦਾ ਕੈਰੈਕਟਰ ਸੀ, ਜਿੱਦਾਂ ਅਸੀਂ ਸਾਰੀ ਟੀਮ ਡਿਸਕਸ ਕਰ ਰਹੇ ਸੀਗੇ, ਤਾਂ ਉਹ ਮਤਲਬ ਜਿੱਦਾਂ ਸਾਡੇ ਅਸਿਸਟੈਂਟ ਡਾਇਰੈਕਟਰ ਸੀਗੇ ਦੀਪਕ ਥਾਪਰ, ਹੈ ਨਾ, ਦਾਦੂ ਦੇ ਬੇਟੇ ਜਿਹੜੇ ਵਰੁਣ, ਉਹ ਵੀ ਸਾਡੇ ਨਾਲ ਸੀਗੇ। ਤਾਂ ਉਹਨਾਂ ਨੂੰ ਇੱਕ ਦਿਨ ਅਚਾਨਕ ਹੀ ਲੱਗਿਆ ਸੀਗਾ ਕਿ ਯਾਰ ਆਪਾਂ ਉਹਨੂੰ ਹੋਰ ਕਲਰਫੁਲ ਜਿਵੇਂ ਉਹ ਹੋ ਸਕਦੀ ਹੈ, ਤਾਂ ਹੁਣ ਆਪਾਂ ਸਕੈਚ ਬੁੱਕ ਵੀ ਕਰ ਸਕਦੇ ਹਾਂ। ਤਾਂ ਫਿਰ ਉਹ ਸਾਨੂੰ ਸੀਗਾ ਕਿ ਨਹੀਂ, ਉਹ ਲਿਖਦੀ ਤਾਂ ਹੈ, ਅਸੀਂ ਉਹ ਵੀ ਸਕਿਪ ਨਹੀਂ ਕਰ ਸਕਦੇ, ਕਿ ਜਸਟ ਕੱਲੀ ਸਕੈਚ ਬੁੱਕ ਨਹੀਂ, ਓਕੇ ਆਪਾਂ ਸਕੈਚ ਬੁੱਕ ਰੱਖ ਲੈਂਦੇ ਹਾਂ, ਬਟ ਉਹ ਲਿਖੇਗੀ ਨਾਲ, ਆਪਣਾ ਐਕਸਪ੍ਰੈਸ ਕਰੇਗੀ, ਹੈ ਨਾ। ਤਾਂ ਇਸ ਤਰੀਕੇ ਨਾਲ ਫਿਰ ਉਹ ਸਕੈਚ ਬੁੱਕ ਜਿਹੜੀ ਆ ਉਹ ਐਂਟਰ ਹੋ ਗਈ ਸੀ। ਤਾਂ ਪਹਿਲਾਂ ਸਿਰਫ ਡਾਇਰੀ ਸੀਗੀ ਕਿ ਉਹ ਥੋੜਾ ਬਹੁਤ ਪੇਂਟ ਕਰਦੀ ਆ, ਐਂਡ ਬਟ ਪ੍ਰੋਪਰ ਸਕੈਚ ਬੁੱਕ ਨਹੀਂ ਸੀਗੀ। ਤੇ ਉਹ ਫਿਰ ਉਹ ਡਾਇਰੀ ਤੋਂ ਮਤਲਬ ਉਹ ਸਕੈਚ कम डायरी फिर वो बन गई। स्केच बुक ने बहुत बड़ा रोल प्ले किया। आपने देखा एंड का? मुझे वो था नहीं, मैं उस अच्छा वो अभी शूट किया 4 दिन पहले। कि वो लास्ट पेज वाला, हाँ, जहाँ वो हाँ तो ओके। वो सेंसर का कुछ इशू था। अच्छा जी। तो अब मेरे को समझ में नहीं आया क्या करूं, क्योंकि फिल्म का जो क्रक्स एक था वही है। हाँ जी। तो अब टाइम नहीं है कि फिल्म और पोस्ट की जाए, या फाइट की जाए, या कोर्ट जाए या रिवाइजिंग कमेटी ली जाए। तो मैंने अपने 2-3 बंदों से जिनको मैं जानता हूँ सबसे, तो मैंने उनको पूछा कि मैं क्या कर सकता हूँ। तो उन्होंने बोला देख तेरे पास टाइम है तो रिवाइजिंग में जा और कोर्ट में जा, अगर टाइम नहीं है तो तू निकल दे लेके, किस तरह निकल सकता तू डिसाइड कर। तो मैं इतना परेशान रहा 2-3 दिन, इतना परेशान रहा, मेरे कुछ समझ नहीं, मैं कोई ऐसा बंदा भी नहीं था मेरे पास मैं शेयर कर पाऊँ, क्योंकि हरिंदर यहाँ पे, असिस्टेंट यहाँ पे, अकेला हूँ, प्री भी अकेला, सब कुछ अकेला करना पड़ता है मेरे को। तो वो मेरे लिए थोड़ा टेंशन स्ट्रेस देता है। तो पता नहीं अचानक मेरे को 2 दिन फाइट कर रहा था अपने आप से, तो फिर याद आया रात को सुबह कि ऐसा हो सकता है। फिर इमीडिएटली मैंने प्रोडक्शन डिजाइनर को फ़ोन किया कि वो ख़त्म हो चुकी थी डायरी, उसको बोला सेम चाहिए मेरे को। वो बेचारी ने मेरे को 2 घंटे के अंदर बोली मैं भेजती हूँ। उसने कैसे कैसे करके वो बना के मेरे को भेजा। मॉर्निंग में गया 8:30 के आसपास मैंने शूट किया,
और वो डाला और सेंसर में दे दिया और निकाल दिया। ਕਲੀਅਰ ਹੋ ਗਿਆ ਕੀ ਬਾਤ ਹੈ ਨੀਤਾਂ ਨਾਲ ਮੁਰਾਦਾਂ ਆਉਂਦੀਆਂ ਨੇ ਹੈ ਨਾ जैसे ये पोस्टर का भी हुआ अभी जी। ये लास्ट पोस्टर नहीं आया था हाँ जी। जो वो चीखते हैं और वो फ्रिज होता है पोस्टर। ਜੀ अब वो पोस्टर भी कहाँ था, कुछ नहीं था। ਮੋਸ਼ਨ तो ਪੋਸਟਰ हम हाँ मोशन नहीं बोल सकते, दिस इज नॉट अ मोशन वो पोस्टर। देन व्हाट वी कैन से इसको पता नहीं, मैंने पहली बार किया। मोशन पोस्टर होता है लोग कि ये बहुत अच्छा जो किया एक होता है कि मोशन पोस्टर जो आप उस पोस्टर से मूव कर रहे होते हैं चीजें, वो जी। पोस्टर अपने आप खुल रहा होता है। ओके तो ये तो एक पहले Still. एक विजुअल था हाँ। जो वीडियो था, उससे पोस्टर में हुआ, ये डियोल हुआ है, मतलब वीडियो से आप एक पोस्टर पे स्टील पे डियोल हुए जी। हो, तो ये वो था। तो अब वो सोचा था कि लास्ट डे अगर ऐसा कुछ डालना हो तो लास्ट डे डालूंगा, मतलब हम 2 तारीख को डालूंगा, मैंने ये सोच के रखा था। Okay. 1 या 2 को डालूंगा। तो अचानक नीरू जी बोले नहीं चाहिए, संतोष जी बोले चाहिए 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 चाहिए। तो बोला क्या, मैं बोला ऐसा तो नहीं डालूंगा। जी तो फिर मतलब वो भी 1-1.5 घंटा, मतलब थोड़ा टाइम दे दो मेरे को। जी तो वो 1-2 घंटे में आइडिया आया। मैं बोला ऐसा कुछ हो सकता है। जी मैंने एडिटर को फ़ोन किया, बोला ऐसा करके देखो, अगर मेरे को ऑप्शन बना के दे, कुछ अच्छा होगा तो डालेंगे। क्या बात है तो अच्छा हो गया वो। ਨਹੀਂ ਬਹੁਤ ਕਮਾਲ ਦੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ ਜੇ ਤੁਸੀਂ ਸਮਝ ਪਾਓ ਤੇ उसका रीज़न मैं वही बोल रहा हूँ, मैं बार बार मैं सबको बोलना चाहता हूँ कि कुछ भी इम्पॉसिबल नहीं है, एवरीथिंग इज पॉसिबल। आप पढ़े हो नहीं पढ़े हो, आप एजुकेटेड हो नहीं, कोई हाँ उसका पढ़े लिखने का बहुत ज़्यादा फ़ायदा होता है, क्योंकि इजी हो जाता है। आपको कोई भी चीज़ जहाँ आप 10 दिन में समझोगे वो आप 1 घंटे में समझ सकते हो, तो वो तो डेफिनेट पढ़ना चाहिए। बट अगर आप में कोई कमी है, जहाँ आप किसी चीज़ में कंप्लीट नहीं हो, तो आपके पास एक चीज़ है जो आपके पास हमेशा रहेगी, वो है आप खुद। तो आप अगर उसके साथ जियोगे ना, उस चीज़ के साथ, आप कोई भी काम करके आज माँ के देख लो, आप जो चीज़ नहीं पता ना, आप 2 दिन उसके साथ जी लो 24 घंटे। बट ये नहीं, तब आपको ना गर्लफ्रेंड होनी चाहिए, ना बॉयफ्रेंड होना चाहिए, ना माँ होनी चाहिए, ना बाप होना चाहिए, कुछ नहीं होना चाहिए, सिर्फ वही होनी चाहिए, और आपको अपने वो चीज़ सामने आ जाएगी। ਸੋ ਇਹ ਤਾਂ ਤੁਸੀਂ ਜ਼ਿਆਦਾ ਬੈਟਰ ਜਾਣਦੇ ਹੋ, ਅੰਮ੍ਰਿਤਸਰ ਦੇ ਇਹ ਹੈਗੇ ਨੇ ਔਰ ਬੜਾ ਕੁਝ ਤੁਸੀਂ ਵੀ ਬਚਪਨ ਦੇ ਵਿੱਚ ਫੇਸ ਕੀਤਾ ਹੈ, ਔਰ ਉਸ ਤੋਂ ਬਾਅਦ ਤੁਸੀਂ ਗੋ ਐਂਡ ਗੋਨ ਹੋ ਗਏ ਮੁੰਬਈ ਵੱਲ, ਤੇ ਹੁਣ ਵੀ ਤੁਸੀਂ ਮੁਮਕਿਨ ਨੂੰ ਨਾਮੁਮਕਿਨ ਤੇ ਨਾਮੁਮਕਿਨ ਨੂੰ ਮੁਮਕਿਨ ਕਰਕੇ ਹੈ ਨਾ ਪਰਸਨੈਲਿਟੀ ਰੱਖਦੇ ਹੋ। ਤੁਸੀਂ ਹੁਣੇ ਵੀ ਕਿਹਾ ਕਿ ਕਲੀ ਜੋਟਾ ਦੇ ਦੌਰਾਨ ਵੀ ਤੁਸੀਂ ਬਹੁਤ ਇੱਕ ਅੱਛੀ ਜਰਨੀ ਜਿਹੜੀ ਹੈ ਉਹ ਲਈ ਹੈ, ਔਰ ਨਾਲ ਦੇ ਨਾਲ ਬਹੁਤ ਸਾਰੇ ਚੈਲੰਜਸ ਔਰ ਹਰਡਲਸ ਵੀ ਤੁਸੀਂ ਕਲੀਅਰ ਕੀਤੇ ਨੇ, ਐਂਡ ਫਾਈਨਲੀ ਰਿਜ਼ਲਟ ਸਾਡੇ ਸਾਹਮਣੇ ਹੈ। ਤੁਸੀਂ ਜਿਹੜੀ ਉਹ ਸੀਨ ਦੀ ਗੱਲ ਕਰ ਰਹੇ ਹੋ ਉਹਦੇ ਬਾਰੇ ਅਸੀਂ ਨਹੀਂ ਦੱਸਾਂਗੇ, ਉਹਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ, ਓਕੇ। ਲੇਕਿਨ ਉਹ ਇੱਕ ਡਰਾਇੰਗ ਸ਼ੀਟ ਅਸੀਂ ਦੇਖੀ, ਉਸ ਤੋਂ ਪਹਿਲੇ ਤੁਸੀਂ ਇੱਕ ਸਸਪੈਂਸ ਕਰਵਾ ਕੇ ਰੱਖਿਆ, ਔਰ ਬਹੁਤ ਹੱਦ ਤੱਕ ਇਹ ਲੱਗਦਾ ਰਿਹਾ ਕਿ ਇੱਥੇ ਲੜਾਈ ਸਰੀਰਕ ਸ਼ੋਸ਼ਣ ਦੀ ਹੋਏਗੀ ਜਾਂ ਮਾਨਸਿਕ ਸ਼ੋਸ਼ਣ ਦੀ, ਔਰ ਸਾਡੇ ਵਰਗਿਆਂ ਦੀ ਪ੍ਰਵਿਰਤੀ ਨੂੰ ਇਹੀ ਲੱਗਿਆ ਕਿ ਜੇ ਕੁਝ ਨਹੀਂ ਵਿਖਾਇਆ ਗਿਆ ਦੈਟ ਮੀਨਸ ਕਿ ਕੁਝ ਗਲਤ ਹੀ ਕੀਤਾ ਗਿਆ ਹੈ, ਔਰ ਜਦੋਂ ਬਾਅਦ ਦੇ ਵਿੱਚ ਵੇਖਿਆ ਗਿਆ ਤੇ ਗਲਤ ਨਹੀਂ, ਬਹੁਤ ਗਲਤ ਸੀਗਾ। ਸਰੀਰਕ ਸ਼ੋਸ਼ਣ ਬਹੁਤ ਡੂੰਘੀ ਸੱਟ ਦਿੰਦਾ ਹੈ, ਲੇਕਿਨ ਮਾਨਸਿਕ ਸ਼ੋਸ਼ਣ ਉਸ ਤੋਂ ਵੀ ਜ਼ਿਆਦਾ ਡੂੰਘਾ ਫੱਟ ਦਿੰਦਾ ਹੈ ਇੱਕ ਇਨਸਾਨ ਨੂੰ। ਇਹ ਮੈਂ ਤੁਹਾਡੇ ਕੋਲੋਂ ਜ਼ਰੂਰ ਹਰਿੰਦਰ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਤੁਸੀਂ ਜਦੋਂ ਇਹ ਚੀਜ਼ ਲਿਖ ਰਹੇ ਸੀ ਤੇ ਆਸ-ਪਾਸ ਦਾ ਮਾਹੌਲ ਜਿਹੜਾ ਸੀ, ਅਸੀਂ ਵੇਖ ਕੇ ਡਿਪਰੈਸਡ ਫੀਲ ਕਰ ਰਹੇ ਸੀ, ਕਿਉਂਕਿ ਇਹਦਾ ਸ਼ਿਕਾਰ ਅਸੀਂ ਤੁਸੀਂ ਸਾਰੇ ਹੀ ਹੋਏ ਆ ਬੇਸਿਕਲੀ, ਹੈ ਨਾ। ਸੋ ਇਹ ਬਹੁਤ ਟੱਚਿੰਗ ਹੈ ਔਰ ਬਹੁਤ ਵੱਡੀ ਗੱਲ ਹੈ, ਕਿਉਂਕਿ ਯੂਜੂਅਲੀ ਫਿਲਮਾਂ ਦੇ ਵਿੱਚ 2 ਚੀਜ਼ਾਂ ਵਿਖਾਈਆਂ ਜਾਂਦੀਆਂ ਨੇ, ਜਾਂ ਤਾਂ ਕੁੜੀ ਨੂੰ ਸ਼ੋਪੀਸ ਬਣਾਤੇ, ਜਾਂ ਉਹਦਾ ਰੇਪ ਹੋ ਗਿਆ ਹੈ, ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਬਟ ਤੁਸੀਂ ਇੰਨਾ ਬਿਊਟੀਫੁਲੀ ਫਰੇਮ ਕੀਤਾ ਇਸ ਚੀਜ਼ ਨੂੰ ਕਿ ਸਰੀਰਕ ਤੋਂ ਜ਼ਿਆਦਾ ਮਾਨਸਿਕ ਸ਼ੋਸ਼ਣ ਕੁੜੀ ਨੂੰ ਤੋੜ ਕੇ ਰੱਖ ਦਿੰਦਾ, ਉਹਨੂੰ ਅੰਦਰੋਂ ਅੰਦਰ ਮਾਰ ਕੇ ਰੱਖ ਦਿੰਦਾ ਹੈ ਜੀ। ਸੋ ਇਹ ਜਿਹੜੀ ਰਾਈਟਿੰਗਸ ਨੇ ਇਹਦੇ ਬਾਰੇ ਮੈਂ ਜ਼ਰੂਰ ਕਿ ਇਹ ਚੀਜ਼ਾਂ ਤੁਹਾਡੀ ਆਬਜ਼ਰਵੇਸ਼ਨ ਤੋਂ ਕਿਸ ਤਰ੍ਹਾਂ ਕਲਮ ਤੱਕ ਆਈਆਂ ਨੇ। ਹਾਂਜੀ, ਕਿਉਂਕਿ ਬਹੁਤ ਅਸੀਂ ਜਿੱਦਾਂ ਦੇ ਸਾਡਾ ਸੱਭਿਆਚਾਰ, ਸਾਡਾ ਕਲਚਰ, ਅਸੀਂ ਵੱਡੇ ਹੁੰਦੇ ਹਾਂ ਨਾ, ਮੈਂ ਪਿੰਡ ਤੋਂ ਆ, ਤਾਂ ਮੈਂ ਬਹੁਤ ਸਾਰੇ ਜਿੱਦਾਂ ਛੋਟੇ ਹੁੰਦੇ ਹੀ ਜਿੱਦਾਂ ਕੁਝ ਚੀਜ਼ਾਂ ਦੇਖਣੀਆਂ ਕਿ ਕੋਈ ਪਿੰਡ 'ਚ ਕੁਝ ਹੋਇਆ ਜਾਂ ਕੋਈ ਲੜਾਈ ਹੋਈ, ਤਾਂ ਜਿੱਦਾਂ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਝੂਠਾ ਪਰਚਾ ਕਰਾਉਣ ਲਈ ਕਿ ਇੰਨਾ ਕੱਟ ਲਾ ਲਓ ਜੀ, ਇੰਨੇ ਸੈਂਟੀਮੀਟਰ ਕੱਟ ਹੋਊਗਾ ਤੇ ਇੰਨਾ ਕੇਸ ਬਣ ਜਾਊਗਾ, ਜੇ ਤੁਹਾਡੇ ਸੱਟ ਇੰਨੀ ਲੱਗੀ ਹੈ ਤਾਂ ਤੁਸੀਂ ਆਪਣੇ ਕਿਸੇ ਬੰਦੇ ਦੇ ਇੰਨਾ ਕੱਟ ਲਾ ਦਿਓ, ਮਤਲਬ ਉਹ ਇੱਕ ਚੀਜ਼ ਆ, ਹੈ ਨਾ। ਤਾਂ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਓਕੇ, ਇੱਕ ਫਿਜ਼ੀਕਲ ਹਾਰਮ ਹੈ ਜਿਹੜਾ, ਉਹਨੂੰ ਦਿਖਾ ਕੇ ਜਾਂ ਉਹਨੂੰ ਅਸੀਂ ਖੁਦ ਕਰਕੇ ਵੀ ਅਸੀਂ ਉਹ ਚੀਜ਼ਾਂ ਕਰ ਲੈਂਦੇ ਹਾਂ। ਔਰ ਕੁੜੀਆਂ ਨਾਲ ਤਾਂ ਇਹਦੀ ਜਿਵੇਂ ਰੇਪ ਹੈ, ਹੈ ਨਾ, ਜਿਹੜਾ ਦਿੱਲੀ ਗੈਂਗ ਰੇਪ ਹੋਇਆ ਸੀਗਾ, ਅਸੀਂ ਸਾਰੇ ਕਿੰਨਾ ਉਸ ਚੀਜ਼ ਨੇ ਸਾਰਿਆਂ ਨੂੰ ਝੰਜੋੜ ਕੇ ਰੱਖਤਾ, ਐਂਡ ਉਦੋਂ ਬਹੁਤ ਉਸ ਚੀਜ਼ ਦੇ ਲਈ ਅਸੀਂ ਲੜੇ ਵੀ, ਸਾਰੇ ਲੋਕ ਅੱਗੇ ਆਏ, ਹੈ ਨਾ। ਬਟ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਚੀਜ਼ਾਂ ਆਮ ਹੋ ਗਈਆਂ। ਹੁਣ ਕਿੰਨੇ ਰੇਪ ਹੋ ਰਹੇ, ਛੋਟੀਆਂ ਬੱਚੀਆਂ ਦੇ, ਨਾ ਆਪਾਂ ਦੇਖਿਆ ਕਿ ਮੰਦਿਰ 'ਚ ਵੀ ਰੇਪ, ਐਂਡ ਦੈਨ ਹੌਲੀ ਹੌਲੀ ਅਸੀਂ ਇਨਸੈਂਸਿਟਿਵ ਹੋ ਗਏ ਕਿ ਸਾਨੂੰ ਨਾਰਮਲ ਲੱਗਣ ਲੱਗ ਗਿਆ, ਕਿਉਂਕਿ ਹੋਇਆ, ਅਸੀਂ ਪੜ੍ਹਿਆ, ਉਹ ਚੀਜ਼ਾਂ ਨਾਰਮਲ ਹੋ ਗਈਆਂ, ਹੈ ਨਾ। ਔਰ ਉਸਦੇ ਨਾਲ ਚਲੋ ਇੱਕ ਫਿਜ਼ੀਕਲ ਵਾਇਲੈਂਸ ਜਿਹਦੀ ਹਮੇਸ਼ਾ ਗੱਲ ਹੁੰਦੀ ਆ, ਅਸੀਂ ਕਰਦੇ ਹਾਂ, ਬਟ ਇੱਕ ਮੈਂਟਲ ਵਾਇਲੈਂਸ ਜਿਹੜੀ ਇੱਕ
ਈਚ ਐਂਡ ਐਵਰੀ ਸਟੈਪ ਤੇ ਇੱਕ ਕੁੜੀ ਨਾਲ ਹੋ ਰਹੀ ਹੈ, ਅਸੀਂ ਉਹਦੀ ਗੱਲ ਨਹੀਂ ਕਰਦੇ ਔਰ ਅਸੀਂ ਕਹਿ ਦਿੰਦੇ ਆ ਕਿ ਚਲੋ ਇਹ ਗੱਲ ਛੁਪੀ ਹੋਈ ਹੈ ਨਾ, ਤਾਂ ਛੁਪੀ ਠੀਕ ਹੈ, ਨਾ ਉਹ ਕੁੜੀ ਨੂੰ ਸਪੇਸ ਦਿੰਨੀ ਆ ਔਰ ਨਾ ਉਹ ਖੁਦ ਸਮਝਦੀ ਹੈ ਮੇਰੇ ਕੋਲ ਕੋਈ ਸਪੇਸ ਹੈ, ਐਂਡ ਉਹ ਕਿਵੇਂ ਅੰਦਰ ਹੀ ਅੰਦਰ ਖਤਮ ਹੁੰਦੀ ਰਹਿੰਦੀ ਹੈ, ਐਂਡ ਕਿਵੇਂ ਉਹ ਚੀਜ਼ਾਂ ਉਹਦੇ ਮਾਈਂਡ ਚੋਂ ਕਦੇ ਨਹੀਂ ਨਿਕਲਦੀਆਂ, ਐਂਡ ਕਈ ਲੋਕਾਂ ਨਾਲ ਇਸ ਲੈਵਲ ਤੱਕ ਹੋ ਜਾਂਦੀਆਂ ਕਿ ਉਹ ਆਪਣਾ ਆਪ ਹੀ ਖੋ ਦਿੰਦੇ ਆ ਨਾ, ਬਟ ਅਸੀਂ ਉਹਦੀ ਗੱਲ ਨਹੀਂ ਕਰਦੇ ਜੀ। ਸੋ ਤਾਂ ਉਹ ਇਸੇ ਚੀਜ਼ ਲਈ ਸੀਗਾ ਕਿ ਸਾਨੂੰ ਥੋੜਾ ਜਿਹਾ ਇਹ ਦੇਖਣਾ ਪਊਗਾ ਕਿ ਜਿਹੜੀ ਵਾਇਲੈਂਸ ਆ ਉਹਦਾ ਇੱਕ ਹੀ ਰੂਪ ਨਹੀਂ ਹੈਗਾ, ਸਿਰਫ ਫਿਜ਼ੀਕਲ ਵਾਇਲੈਂਸ ਹੀ ਵਾਇਲੈਂਸ ਨਹੀਂ ਹੈਗੀ, ਜਿਹੜੀ ਮੈਂਟਲ ਵਾਇਲੈਂਸ ਹੈ ਉਹ ਵੀ ਓਨੀ ਹੀ ਖਤਰਨਾਕ ਹੈ, ਬਟ ਅਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ। ਜੀ ਅੱਛਾ, ਇੱਕ ਚੀਜ਼ ਮੈਨੂੰ ਦਾਦੂ ਬਹੁਤ ਅੱਛੀ ਲੱਗੀ ਹੈ ਕਿ ਅਸੀਂ ਹਮੇਸ਼ਾ ਸੁਸਾਇਟੀ ਤੇ ਥੋਪ ਦਿੰਨੇ ਆ ਚੀਜ਼ਾਂ, ਉਹਨਾਂ ਕਰਕੇ ਹੋਇਆ, ਕਲੀਗਸ ਕਰਕੇ ਹੋਇਆ, ਬੱਸ ਦੇ ਵਿੱਚ ਕਿਸੇ ਨੇ, ਪਰ ਸ਼ੋਸ਼ਣ ਤੇ ਘਰੋਂ ਹੀ ਸ਼ੁਰੂ ਹੋ ਰਿਹਾ ਹੈ। ਇਹ ਤਾਂ ਤੁਸੀਂ ਬਹੁਤ ਸੋਹਣੀ ਤਰ੍ਹਾਂ ਦਿਖਾਇਆ। ਜੇ ਕੁੜੀ ਆਪਦੇ ਮਾਪਿਓ ਦੇ ਨਾਲ ਗੱਲ ਹੀ ਨਹੀਂ ਕਰ ਪਾ ਰਹੀ, ਪਿਓ ਸਪੋਰਟ ਕਰ ਰਿਹਾ, ਮਾਂ ਵਿਤਕਰੇ ਕਰ ਰਹੀ ਹੈ, ਜਾਂ ਮਾਂ ਨੂੰ ਚੁੱਪੀ ਖਾ ਗਈ ਹੈ ਵੀ ਘਰ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਹੈ, ਕੋਈ ਗੱਲ ਨਹੀਂ, ਕੁੜੀ ਸਮਝਦਾਰ ਹੈ, ਕੁੜੀ ਸਮਝ ਜੂਗੀ, ਉਹ ਬੋਲ ਹੀ ਨਹੀਂ ਪਾ ਰਹੀ, ਤਾਂ ਸ਼ੋਸ਼ਣ ਤਾਂ ਫਿਰ ਬਚਪਨ ਤੋਂ ਹੀ ਸਟਾਰਟ ਹੋ ਗਿਆ। ਸੋ ਤੁਸੀਂ, ਤੁਹਾਡਾ ਕੀ ਨਜ਼ਰੀਆ ਹੈ ਇਸ ਚੀਜ਼ ਨੂੰ ਲੈ ਕੇ? ਹੈ ਤਾਂ ਤੁਸੀਂ ਵੀ ਪੰਜਾਬ ਦੇ ਨਾਲ ਹੀ ਰਚੇ ਵਸੇ ਹੋ, ਤੁਸੀਂ, ਤੁਹਾਡਾ ਨਜ਼ਰੀਆ ਕੀ ਕਹਿੰਦਾ दादू? जो आधा तो आपने बोल दिया, सब कुछ तो बोल दिया। मैं ज्ञान नहीं देना चाहता हूँ। नहीं, जो तुसी फिल्म दे विच विखाया है, बातें करना चाहता हूँ। हाँ, मैं यही है कि आपको ਤੁਹਾਨੂੰ पता होना चाहिए कि तुम की कर रहे, की गलती कर रहे हो, बट वही है कि ज़्यादातर एरिया में आज भी बैकवर्ड जो बहुत सारे एरिए हैं जहाँ काफ़ी जगह है, लोगों को यही नहीं कि वो कर क्या रहे हैं ना, कभी कभी तो माँ बाप तक को पता नहीं होता कि वो इनडायरेक्टली कितना उनको, उनकी बात नहीं सुन के, जहाँ उनको एक चीज़ के लिए शाबाशी नहीं दे के कितना उनको नुकसान दे रहे हैं। मतलब उनको भी लगता है कि नहीं वो ड्यूटी कर रहे हैं, बट कहीं कहीं वो भी गलतियाँ करते हैं जो उनको समझने की टाइम या कोशिश नहीं करते, जो गलत है। क्योंकि बेटी, आज कुड़ियाँ कितनी भी एडवांस हो जाएं या कितना भी हो, फिर भी बोलते ना कि बाप के क्लोज सबसे ज़्यादा बेटी होती है, जो इस फिल्म में भी दिखाया गया है। तो मेरे को लगता है शुरुआत घर से होती है, थोड़ा थोड़ी छोटी छोटी, फिर वो बड़ा रंग। तो सबको ये बात समझनी चाहिए कि हमारा भी कोई रोल है, हमारी भी कोई ड्यूटी है। तो बड़ा आसान होता है कि मैंने ये नहीं किया, मैंने वो नहीं किया, जब मैंने ऐसा नहीं किया। जैसे हरिंदर ने बोला कि जो फिजिकली हार्म है, जरूरी नहीं कि फिजिकली, कभी कभी आप ਤੁਹਾਡੀ ਗੱਲਾਂ ਨਾਲ ਤੁਹਾਡੀ ਮਤਲਬ ਹੋਈ ਆਦਮੀ ਨੂੰ ਕਿੰਨਾ ਨੁਕਸਾਨ ਹੁੰਦਾ ਹੈ। मतलब वो डिप्रेशन में चला जाता है, अपने मोटिव से हिल जाता है, अपने गोल से हिल जाता है। आपने तो कुछ नहीं किया, आपको लगता है, बट उस बंदे की लाइफ बर्बाद होगी, उसने अपना गोल मिस कर दिया आपके चक्कर में। राइट। तो उसकी मतलब बहुत नुकसान होता है, जो लोगों को एहसास नहीं होता कि वो गलती कर रहे हैं। तो जो मेरे को लगता है सबको थोड़ा थोड़ा सिंसियर होना चाहिए, इन चीज़ों को लेकर थोड़ा सा समझना चाहिए कि हमारी वजह से बिना मतलब किसी को तकलीफ ना हो। जी बिल्कुल। ਤੇ ਸਭ ਤੋਂ ਅਹਿਮ ਚੀਜ਼ ਜੋ ਆਬਜ਼ਰਵ ਕਰਨ ਯੋਗ ਹੈ, ਮੇਕਅਪ ਤੇ ਬਹੁਤ ਐਕਸਟ੍ਰੀਮਲੀ ਵਰਕ ਕੀਤਾ ਗਿਆ ਹੈ, ਬਹੁਤ ਡੂੰਘਾਈ ਦੇ ਨਾਲ ਕੰਮ ਕੀਤਾ ਗਿਆ। ਇੱਕ ਛੋਟਾ ਜਿਹਾ ਕਰੈਕਟਰ ਹੈ ਅਨੰਤ, ਦਿਲਨੂਰ ਨੇ ਉਹ ਕਿਰਦਾਰ ਨਿਭਾਇਆ ਹੈ। ਸੋ ਉਹ ਬਹੁਤ ਛੋਟੀ ਜੀ ਬੱਚੀ ਹੈ, ਉਹਨੂੰ ਆਪਾਂ ਬਹੁਤ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਹਾਂ। ਸੋ ਹੇਜ਼ਲ ਬਰਾਊਨ ਅੱਖਾਂ ਨੇ ਵੋਮਿਕਾ ਦੀਆਂ, ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਲੈਂਸ ਟਰਾਈ ਕਰੋ ਕਿਉਂਕਿ ਅਸੀਂ ਜਸਟੀਫਾਈ ਕਰਨਾ ਹੈ ਇਸ ਕਰੈਕਟਰ ਦੇ ਨਾਲ। ਨੀਰੂ ਨੂੰ ਵਾਲ ਨਾ ਧੋਣ ਦੀ ਇੰਸਟਰਕਸ਼ਨ ਦਿੱਤੀ ਗਈ, ਟ੍ਰੈਡਮਿਲ ਉਹਨਾਂ ਦੇ ਰੂਮ 'ਚ ਰਖਵਾ ਦਿੱਤਾ ਗਿਆ, ਉਹਨਾਂ ਨੇ ਆਪਣਾ ਮੈਂਟਲ ਫਿਜ਼ੀਕਲ ਹਰ ਤਰ੍ਹਾਂ ਦਾ ਟਰਾਂਸਫੋਰਮੇਸ਼ਨ ਕੀਤਾ ਹੈ। ਔਰ ਅਨੀਤਾ ਦੇਵਗਨ ਜੀ, ਪਤਾ ਨਹੀਂ ਉਹਨੂੰ ਪਛਾਣਿਆ ਹੀ ਹੋਏਗਾ ਵੈਸੇ, ਬੁਲਟ ਜੀ ਹੋ ਗਏ, ਹੈ ਨਾ। ਸੋ ਇਹ ਸਾਰੇ ਬਹੁਤ ਸਾਰੇ ਕਿਰਦਾਰ ਫਿਲਮ ਦੇ ਵਿੱਚ ਅਸੀਂ ਚਾਹੇ ਮਤਲਬ ਕੁਝ ਸੈਕਿੰਡਸ ਲਈ ਦੇਖਿਆ ਜਿਨ੍ਹਾਂ ਦੇ ਪ੍ਰੋਮੀਨੈਂਟ ਕਰੈਕਟਰ ਸੀਗੇ। ਦਾਦੂ, ਉਹਨਾਂ ਦੇ ਮੇਕਅਪ ਨੂੰ ਲੈ ਕੇ ਕਿੰਨੀ ਕੁ ਡਿਸਕਸ਼ਨਸ ਦੋਨਾਂ ਤੋਂ ਹੀ ਜਾਣਨਾ ਚਾਹਾਂਗੇ ਚੱਲੀਆਂ ਨੇ, ਕਿੰਨੇ ਕੁ ਚੇਂਜਸ ਟਾਈਮਲੀ ਕੀਤੇ ਗਏ ਨੇ, ਔਰ ਕੀ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਇੱਕ ਪ੍ਰੋਪਰ ਪ੍ਰੋਸੈਸ ਸੀਗਾ? नहीं, ये तो फिल्म का पार्ट होता है। मैं बोला ना कि अगर हम लोग जबरदस्ती अल्फाज देखें तो उसको इतना बड़ा कर देते, ऐसा 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 90% यही होता है कि ये ऐसा कुछ होगा। तो जो एक लाइन में है फैक्ट जो है कि ये फिल्म का पार्ट है। अगर जो सिंसियर होगा, जो कहानी ढंग से बोलना चाहेगा। ਇੰਨੇ ਕਾਮਲੀ ਕਹਿ ਰਹੇ ਨੇ, ਕੋਈ ਨਹੀਂ, ਉਹ ਤੇ ਸਤਿੰਦਰ ਸਰਤਾਜ ਜੀ ਦੇ ਗਰਾਊਂਡ 'ਚ 25 ਚੱਕਰ ਲਵਾਤੇ ਇੱਕ ਸੀਨ ਲਈ। ਨੀਰੂ ਨੂੰ ਵਿਚਾਰੀ ਨੂੰ ਪਾਣੀ ਸਿਪ ਪੀਣ ਨੂੰ ਮਿਲਦਾ ਸੀ, ਉਹ ਨਿੱਕੀ ਜਿਹੀ ਬੱਚੀ ਕਹਿੰਦੀ ਮੇਰੀ ਆਂਖੋਂ में कुछ हो गया था, ਲੈਂਸ ਲਗਾ, ਉਹਨੂੰ ਵੱਖਰਾ। ਅਨੀਤਾ ਦੇਵਗਨ ਜੀ ਦਾ ਰੂਪ ही बदलता। आपको वही बोला जी, मतलब फिल्म का पार्ट है, ये ड्यूटी है, जैसे आप कर रहे हैं, जैसे ड्यूटी करनी पड़ेगी। इसमें हाँ, आप अगर वो एप्रिशिएशन तो आपको देना है, तो वो मेरी ड्यूटी थी, मैंने कर दी। कोई ऐसा नहीं कि मैंने कोई ऐसा तोप कर दिया। मैं तब वो मानूंगा कि जब दुनिया में किसी ने ना किया हो या फिर कभी ना हुआ हो,
तो मेरे को अच्छा लगेगा वो बात करते हुए, हाँ मैंने किया। तो अभी इन चीज़ों में बिना मतलब मैं बड़ाई मार दूँ, ऐसे ये किया फलाना किया ढिमकाना, ऐसा कुछ नहीं। ठीक ठाक है, ये प्रोसीजर है कि ये करना पड़ता है इतना सा। हाँ जैसे अभी सोचा था कि और मेरे को तो ऐसा लगता है कि मैं बहुत गलत हूँ, मैंने ठीक नहीं किया, मेरे को और अच्छा करना चाहिए। मेरे को लगता है कि मैं 60% कर पाया या 50% कर पाया। क्या तो कि ਤੁਸੀਂ ਟੈਕਨੀਕਲ ਪ੍ਰੋਸਪੈਕਟਿਵ ਤੋਂ दोनों ਕਹਿ ਰਹੇ चीज़ें, ਅੱਛਾ जी मैं दोनों चीज़ें इससे बहुत बेटर कर सकता था। तो उससे मैं सीख ही रहा हूँ कि मैं आगे शायद वो गलतियाँ नहीं करूँ और बेटर करूँ दोनों पार्ट में, टेक्निकली पार्ट में वो पार्ट में। जैसे नीरू जी की आप बात कर रहे हो अब बालों की, तो वो थोड़ा सा था, हम एक चीज़ को लेकर स्टक हो गए थे कि वो यही नीरू जी का लुक होगा, ऐसा ही होगा। तो वो हमारी गलती थी, थोड़ा सा हम उसमें उलझे रहे। फिर वो कोविड का टाइम था, तो जो बम्बे पूरा खाली हो गया था। जो वर्कर होते हैं ना भैया, यूपी वाले होते हैं, तो जो विग विग बनाते हैं जो बालों वाले, तो वो सब यूपी भाग गए थे। अब विग कौन बनाएगा, विग वर्कर ही नहीं तो विग कहाँ से आएगी। तो उसमें बहुत सारा टाइम निकल गया। तो फिर शूट का टाइम आ गया, तो शूट से थोड़े दिन पहले वो विग आई, वो सक्सेस नहीं, ये वो सब बहुत सारी चीज़ें हुई। फिर मेरे को लगा कि बाल एकदम गंजे हो जाने चाहिए, जो मैंने बाद में 3 दिन पहले लगा कि गंजे बाल वो उस तरह मार दो सर पे, क्योंकि लेडीज़ को गंजा देखना मतलब जब बिना बालों के देखना बहुत वो होता है, क्योंकि वो ब्यूटी होती है, मतलब औरत की वो ब्यूटी है बाल, मतलब है तो प्यूरी ब्यूटी, बट बाल उनकी एक बहुत है, मतलब आप कभी नहीं देखते उनको ऐसा। तो मेरे को फिर बाद में कुछ समझ में नहीं आया, तो फिर ऐसा किसी ने आइडिया दिया, साथ में थे कि ये भी हो सकता है वो भी हो सकता है। तो मुझे लगा ऐसा हो जाए। फिर मैं सोचा कि वो एक साइड में दब जाता ना, ऐसा साइड में वो हो जाए। तो बट वो टाइम नहीं मिला उतना चीज़ों का, वो नहीं कर पाए। तो वही बोला कि फिर नीरू जी ने अपने बाल नहीं धोए बहुत दिन, फिर उनको आइडिया है कि ऐसा कर लेते हैं, फिर बाल काटे। तो उन्होंने काफ़ी हार्ड वर्क किया, जितना उनके हाथ में था उन्होंने ट्राई किया। और मैं वही बोला कि अभी भी लगता है कि और बेटर और बेटर और बेटर, और वो होना भी चाहिए। अगर जिस दिन लगा आपने ठीक कर लिया है तो ਫਿਰ ਆਗੇ ਠੀਕ ਨਹੀਂ ਹੋਗਾ। ਜੀ ਬਿਲਕੁਲ ਬਿਲਕੁਲ ਮੈਂ ਇੰਟਰਵਿਊ 'ਚ ਸੁਣਿਆ ਸੀ ਸ਼ਾਹਰੁਖ ਕਹਿੰਦੇ ਵੀ ਹੁਣ ਵੀ ਜਦੋਂ ਕਿਸੇ ਫਿਲਮ ਦੇ ਸੈੱਟ ਤੇ ਜਾਂਦੇ ਤੇ ਵੈਰੀ ਫਸਟ ਡੇ ਉਹ ਇੰਨੇ ਜ਼ਿਆਦਾ ਨਰਵਸ ਹੁੰਦੇ ਨੇ ਕਿ ਪਤਾ ਨਹੀਂ ਕਿਵੇਂ ਕਿਵੇਂ, ਔਰ ਕਹਿੰਦੇ ਨੇ ਕਿ ਇਹ ਬਹੁਤ ਜ਼ਰੂਰੀ ਹੈ। ਉਹੀ ਇੱਕ ਫੀਲ ਹੈ ਜਿਹੜਾ ਮੈਨੂੰ ਹੋਰ ਅੱਛਾ ਕਰਨ ਤੇ ਜਿਹੜਾ ਹੈ ਉਹ ਮੋਟੀਵੇਟ ਕਰਦਾ। ਸੋ ਇੱਕ ਚੀਜ਼ ਮੈਂ ਤੁਹਾਡੀ ਫਿਲਮ ਦੇ ਵਿੱਚ ਨੋਟਿਸ ਕੀਤੀ ਹੈ, ਕੁਝ ਸੈਕਿੰਡਸ ਦੇ ਸ਼ਾਰਟਸ ਨੇ ਜੋ ਨੀਰੂ ਦੇ ਇਮੋਸ਼ਨਸ ਨੂੰ, ਇੱਕ ਬੇਬਸ ਔਰ ਚੁੱਪ ਹੋਈ ਹੋਈ ਮਾਂ ਦੇ ਇਮੋਸ਼ਨਸ ਨੂੰ, ਇੱਕ ਬਾਪ ਦੇ ਇਮੋਸ਼ਨਸ ਨੂੰ, ਇੱਕ ਪ੍ਰੇਮੀ ਦੇ ਇਮੋਸ਼ਨਸ ਨੂੰ ਬਿਆਨ ਕਰਦੇ ਨੇ। ਔਰ ਨਿੱਕੇ ਨਿੱਕੇ ਸੈਂਟੈਂਸਿਸ ਨੇ, ਬਈ ਸਾਹ ਵੀ ਲੈਣ ਨੂੰ ਜੀ ਨਹੀਂ ਕਰਦਾ, ਸਹੀ ਚੀਜ਼ ਸਹੀ ਜਗ੍ਹਾ ਤੇ ਪਹੁੰਚ ਜਾਣੀ ਚਾਹੀਦੀ ਹੈ ਨਾ। ਸੋ ਇਹਨਾਂ ਚੀਜ਼ਾਂ ਤੇ ਇੰਪਰੋਵਾਈਜ਼ੇਸ਼ਨ ਕੀਤੀ ਗਈ ਹੈ ਹਰਿੰਦਰ, ਜਾਂ ਮਤਲਬ ਔਨ ਦਾ ਸਪੌਟ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ, ਜਾਂ ਫਿਰ ਇਹ ਪਹਿਲਾਂ ਤੋਂ ਹੀ ਮਤਲਬ ਡਨ ਸੀਗੀਆਂ ਕਿ ਇਹ ਇਸੇ ਤਰ੍ਹਾਂ ਜਿਹੜੀਆਂ ਨੇ ਉਹ ਰਿਪਰੈਜ਼ੈਂਟ ਕੀਤੀਆਂ ਜਾਣਗੀਆਂ? ਨਹੀਂ ਬਿਲਕੁਲ ਇਹ ਪਹਿਲਾਂ ਤੋਂ ਡਨ ਸੀ। ਈਚ ਐਂਡ ਐਵਰੀ ਡਾਇਲੋਗ ਅਸੀਂ ਲਿਖਿਆ ਹੋਇਆ ਸੀ। ਹਾਂ ਉਹਦੇ 'ਚ ਕੁਛ ਕੱਟ ਕਰਨਾ ਜਾਂ ਉਹਦੇ 'ਚ ਇੱਕ ਅੱਧਾ ਲਫ਼ਜ਼ ਐਡ ਕਰਨਾ ਟਾਈਮ 'ਤੇ ਜੇ ਸਾਨੂੰ ਲੱਗਦਾ ਸੀ, ਉਹਨਾਂ ਕੁ ਚੇਂਜ ਹੋਇਆ, ਬਹੁਤ ਮਾਈਨਰ। ਕਦੇ ਮਤਲਬ ਜਿਹੜੇ ਡਾਇਲੋਗ ਤੁਸੀਂ ਕਹਿ ਰਹੇ ਹੋ ਇਹ ਤਾਂ ਲਿਖੇ ਹੋਏ ਸੀਗੇ, ਇਹਨਾਂ 'ਚ ਕੋਈ ਚੇਂਜ ਨਹੀਂ ਸੀ ਜੀ। मेरे चक्कर में हिंदर ने भी कम बोलना शुरू कर दिया। अच्छा पहले ज्यादा बोलते ਸੀਗੇ। नहीं दादू क्योंकि ऑलमोस्ट गल्ला ਆਪਾਂ ਕਰ ਹੀ ਲਈਆਂ। उसके जो अल्फाज इतने बड़े होते थे वो भी इतने छोटे से हो गए। ਹੁਣ ਮੈਨੂੰ ਲੱਗਦਾ ਇਹ ਨਾ ਮਤਲਬ ਬੋਲਣਾ ਘੱਟ ਤੇ ਉਹ ਸ਼ਬਦ ਨੂੰ ਉਹਦੇ ਤੇ ਉਤਾਰਨਾ ਚਾਹੁੰਦੇ ਨੇ, ਹੈ ਨਾ। ਸੋ ਕੀ ਕੁਝ ਸੋਚ ਰਹੇ ਹੋ? ਅੱਛਾ ਦਾਦੂ ਵੀ ਰੋਏ, ਉਹਨਾਂ ਨੇ ਦੇਖਿਆ ਕਿਹਾ ਵੀ ਹੈ। ਸੋ ਹਰਿੰਦਰ ਤੁਸੀਂ ਕਿੰਨਾ ਖੁਦ ਫਿਲਮ ਬਣਾ ਕੇ ਰੋਏ? ਕਿਉਂਕਿ ਜਦੋਂ ਅਸੀਂ ਵਰਕ ਕਰ ਰਹੇ ਹੁੰਦੇ ਆ ਉਦੋਂ ਅਨਡਾਊਟਡਲੀ ਸਾਡੇ ਇਮੋਸ਼ਨਸ ਹੁੰਦੇ ਨੇ, ਬਟ ਦੇਖ ਕੇ मैं बता रहा वो नहीं रोई। नहीं रोई? नहीं मैं बोल, हरिंदर ने पहली बार देखा डबिंग में जब फिल्म इसको दिखाई हुई, तो फिर इसने फर्स्ट टाइम देखा था, ये फिल्म जुड़ के आई, तो ये वहाँ दबा के रोई, मतलब इतना रोई इसको, मतलब वो उसका रीजन फिल्म अच्छी थी बुरी थी उसके लिए पता नहीं मेरे को, वो इमोशनल ज़्यादा थी कि मेरी पहली फिल्म पर्दे पे देख रही है, और जो मैंने सोचा था जैसा मैं समझ रही थी वो उससे बेटर आया है। तो वो इसको चुप कराना मुसीबत हो गई थी। मैं अरे आधा पौना घंटा नॉन स्टॉप बच्चे ऐसा रो रही थी, और मैं कह रहा और भी 3-4 लोग थे, सब चुप कराने में लगे हुए, चुप कर, ये अपने लगी हुई थी, बिजी थी रोने में। उसके बाद फर्स्ट स्क्रीनिंग हुई तब भी रोई, दबा के रोई। कल तो इसने हद ही कर दी, कल तो मतलब कल तो इसने कमाल कर दिया, मतलब इतना उसने, मतलब मेरे को खुद डर गया मैं, इतनी इमोशन कैसे होगी ये। राइट, क्योंकि
ਹਰਿੰਦਰ ਆਈ ਥਿੰਕ ਹਰ ਚੀਜ਼ ਤੁਹਾਡੇ ਨਾਲ ਕਨੈਕਟ ਕਰਦੀ ਹੈ, ਚਾਹੇ ਉਹ ਹਾਂਜੀ, ਹਾਂਜੀ। ਕਰੈਕਟਰਸ ਨੇ, ਚਾਹੇ ਜੀ, ਜੀ, ਇਮੋਸ਼ਨਸ ਜੀ। ਨੇ, ਰਾਈਟ? ਜੀ, ਜੀ। ਸੋ ਤੁਸੀਂ ਦਾਦੂ ਨੇ ਤੁਹਾਡੇ ਬਾਰੇ ਦੱਸਿਆ, ਹੁਣ ਤੁਸੀਂ ਦਾਦੂ ਬਾਰੇ ਦੱਸੋ, ਇਹਨਾਂ ਨੂੰ ਕੌਣ ਚੁੱਪ ਕਰਾਉਂਦਾ? ਇਮੋਸ਼ਨਲ ਤੇ ਇਹ ਵੀ ਬਹੁਤ ਨੇ। ਨਹੀਂ, ਦਾਦੂ ਬਿਲਕੁਲ ਸ਼ੇਅਰ ਨਹੀਂ ਕਰਦੇ, ਉਹਦੇ ਇਮੋਸ਼ਨ ਹੁੰਦੇ ਸਾਨੂੰ ਥੋੜਾ ਬਹੁਤ ਪਤਾ ਵੀ ਚੱਲ ਜੇ, ਉਹ ਕੱਲਿਆਂ ਆਪਣੇ ਇਮੋਸ਼ਨਸ ਨੂੰ ਉਹ ਕਰਦੇ ਆ, ਮਤਲਬ ਉਹ ਉਹਨਾਂ ਐਕਸਪ੍ਰੈਸ ਨਹੀਂ ਕਰਦੇ। ਸਾਨੂੰ ਕਈ ਵਾਰ ਲੱਗ ਜਾਂਦਾ ਕਿ ਹਾਂ ਇਮੋਸ਼ਨਲ ਨਹੀਂ ਜਾਓ, ਬਟ ਉਹ ਸ਼ੇਅਰ ਨਹੀਂ ਕਰਦੇ ਹੈਗੇ, ਮਤਲਬ ਉਹ ਇਕੱਲੇ ਜਾ ਕੇ ਆਪਣਾ ਉਹ ਮੈਨੇਜ ਕਰਦੇ ਆ। ਅੱਛਾ ਦਾਦੂ, ਫਿਲਮ ਦੇ ਬੜੇ ਸਾਰੇ ਸੀਨਸ ਨਾ ਤੁਹਾਨੂੰ ਝੰਜੋੜ ਦਿੰਦੇ ਆ ਦਿਲੋਂ, ਮਤਲਬ ਤੁਹਾਡਾ ਹਾਰਟ ਇੰਨਾ ਹੈਵੀ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਅਥਰੂਆਂ ਤੇ ਚਾਹ ਕੇ ਵੀ ਕੰਟਰੋਲ ਨਹੀਂ ਕਰ ਪਾਉਂਦੇ, ਹੈ ਨਾ? ਸੋ ਜਦੋਂ ਆਪਾਂ ਸ਼ੂਟ ਕਰਦੇ ਹਾਂ ਕੋਈ ਕੁਝ ਬਿਫੋਰ ਕਲਾਈਮੈਕਸ, ਕੁਝ ਸੀਨਸ ਇਹੋ ਜਿਹੇ ਨੇ ਜਿਹੜੇ ਤੁਸੀਂ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਕਰ ਪਾਉਂਦੇ। ਸੋ ਡਿਊਰਿੰਗ ਸ਼ੂਟ ਕੀ ਡਾਇਰੈਕਟਰ ਵੀ ਉਸ ਮਾਹੌਲ ਦੇ ਵਿੱਚ ਇੰਨਾ ਜ਼ਿਆਦਾ ਇਨਵੋਲਵਡ ਹੋ ਜਾਂਦਾ ਹੈ ਕਿ ਕੁਝ ਟਾਈਮ ਲੱਗਦਾ ਹੈ ਖੁਦ ਨੂੰ ਸੰਭਾਲਣ ਲਈ? उसके बिना कर ही नहीं सकते आप। ਜੀ। ਸੋ ਇਹੋ ਜਿਹੇ ਕੁਝ ਸੀਨ ਸੀ ਜਿਹੜੇ ਇਸ ਮਾਹੌਲ ਕਰਕੇ बिना ਰੋਕਣੇ ਪਏ। इन्वॉल्वमेंट के, बिना उससे जुड़े, या बिना उसको समझे या डेप्थ में गए, मतलब आउटपुट आना 100% मुश्किल हो जाता है। फिर कहीं ना कहीं कुछ चीज़ें मिस होती है, या तो करेक्टर एक्टर का परफॉर्मेंस भी कुछ कहीं छूट जाएगा, जहाँ टेक्निकली उतना कन्वे करना उतना अच्छा नहीं होगा, कोई एक चीज़ कहीं एक अपना छोड़ देती है जगह। तो आप जब तक 100% उसमें इन्वॉल्व नहीं होगे तो वो फील 100% रहती है। उतना आप रो रहे होते हैं, मैं तो ज़्यादा हूँ, मैं वैसे शुरू से ऐसा हूँ, तो मैं तो जितना एक्टर रो रहा था उससे ज़्यादा मैं रो रहा होता हूँ। ਜੀ, ਕਿਉਂਕਿ ਨੀਰੂ ਨੇ ਵੀ ਕਿਹਾ ਕਿ ਜਿੰਨਾ ਉਹ ਇਸ ਫਿਲਮ ਦੇ ਵਿੱਚ ਰੋਏ ਨੇ, ਜਿੰਨਾ ਉਹਨਾਂ ਨੂੰ ਮੌਕਾ ਮਿਲਿਆ ਆਪਦੇ ਅੰਦਰ ਦੀ ਭੜਾਸ ਕੱਢਣ ਦਾ, ਔਰ ਆਪਣੀ ਜ਼ਿੰਦਗੀ 'ਚ ਐਕਚੁਅਲ ਉਹਨਾਂ ਖੁੱਲ ਕੇ ਕਦੀ ਕੱਢ ਹੀ नहीं हाँ, पाए। but मैं फिर भी सैड, मेरे को तो कभी कभी लगता था ये वन मूव और फिर लगता था नहीं यार ये बेहोश हो जाएगी। ज़्यादा सही है। कभी कभी लगता है, आपको लगता है और बेटर हो सकता है, और बेटर हो सकता है, बट वो इतना जनरली रोते जो ऐसे वो Connect करता है। डेड बॉडी वाला शॉट था जब फादर की बॉडी जाती है और वो चिल्लाती है जोर से, वो जितना वो साउंड है वैसे जो नेचुरल साउंड है, ऐसा नहीं उसको बुस्ट किया गया, उसको पुश किया गया, वो ऐसे ही है, और इतनी जोर से ऐसा लगता है गला फट जाएगा जैसे। और वो तो 2 मिनट के लिए सब डर गए थे, वो शिट इतना, तो मैं उसमें भी सोच रहा था वन तो फिर नीरू जी का हाथ देख के, माहौल देख के, तो मेरे को लगा नहीं अगर वन मूव किया तो टेंशन होगी, तो मतलब शायद वो मतलब क्योंकि वो खुद वो 15 मिनट के एनर्जी लिए हिल जाता है। हिल गए थे वो, ਰਾਈਟ। तो बट मेरे अंदर था कि एक और बेटर हो सकता है। ਨਹੀਂ, ਤੁਸੀਂ ਆਪਦੀ ਜਗ੍ਹਾ ਤੇ ਬਿਲਕੁਲ ਠੀਕ ਹੋ, ਕਿਉਂਕਿ ਉਹੀ ਹੈ ਨਾ ਇੱਕ ਜੋ ਤੁਸੀਂ ਆਪਦੀ ਜੌਬ ਕਰ ਰਹੇ ਹੋ ਤਾਂ ਤੁਸੀਂ ਜੇ ਸੈਟੀਸਫਾਈਡ ਹੀ ਹੋਗੇ ਤਾਂ ਫਿਰ ਉਹ ਚੀਜ਼ ਨੂੰ ਇੰਪਰੋਵਾਈਜ਼ ਕਿਵੇਂ ਕਰੋਗੇ ਨੈਕਸਟ ਟਾਈਮ? ਬਟ ਜਦੋਂ ਤੁਸੀਂ ਕੰਮ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਹੁੰਦਾ ਹੈ ਕਿ ਹਾਂਜੀ ਕਈ ਵਾਰ ਹੁੰਦਾ ਹੈ ਕਿ ਦਿਨ ਢਲ ਰਿਹਾ ਹੈ, ਕਈ ਵਾਰ ਹੋ ਰਿਹਾ ਸਵੇਰ ਚੜ ਰਹੀ ਹੈ, ਕਈ ਵਾਰ ਹੋ ਰਿਹਾ ਐਕਟਰ ਦੁਬਾਰਾ ਨਹੀਂ ਕਰ ਪਾਏਗਾ, ਹੈ ਨਾ? ਆਪਾਂ ਬਹੁਤ ਚੀਜ਼ਾਂ ਦੇਖਦੇ ਹਾਂ। ਤਾਂ ਜਦੋਂ ਤੁਸੀਂ ਪੂਰੀ ਫਿਲਮ ਇਕੱਠਿਆਂ ਨੇ ਦੇਖੀ ਹੈ ਡਬਿੰਗ ਦੇ ਟਾਈਮ 'ਤੇ ਜਾਂ ਆਫਟਰ ਦੈਟ ਤਸੱਲੀ ਨਾਲ ਬੈਠ ਕੇ, ਹੈ ਨਾ, ਕਿਹੜੀ ਚੀਜ਼ ਸੀ ਜਿਹੜੀ ਉਸ ਟਾਈਮ ਤੁਹਾਨੂੰ ਉਸ ਹੱਦ ਤੱਕ ਰਿਅਲਾਈਜ਼ ਨਹੀਂ ਹੋਈ ਪਰ ਬਹਿ ਕੇ ਤੁਸੀਂ ਵੀ ਇਮੋਸ਼ਨਲ ਹੋ ਗਏ ਕਿ ਯਾਰ ਇਹ ਚੀਜ਼ ਵਾਕਈ ਅਮਨ ਅਸੀਂ ਬਣਾਈ ਤਾਂ ਜ਼ਰੂਰ ਹੈ ਪਰ इट्स हैपनिंग यूजुअली? नहीं, क्योंकि मैं एडिटिंग में शुरू से बैठता हूँ जी। तो मेरा तो फिल्म जब तक जुड़ती है पूरी कंप्लीट होती है, मैं आधा तो ख़त्म हो, मेरे को जजमेंट निकल जाती है, क्योंकि आप एडिटिंग में 2 महीना बैठते हो, 1.5 महीना देते हो, तो उस टाइम आप कम से कम 100 बार तो फिल्म देख ही लेते हो जी। तो इतनी बार एक चीज़ को बार 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 देख के, हाँ। देख के, बट फिर भी जब आप इतना करीब से जुड़े हुए होते हैं ना, तो जब फाइनल जब साउंड मिक्स हो गया पूरा कंप्लीशन आता है ना, तो बहुत अच्छा फील होता है, और अच्छा भी लगता है, दुख भी होता है। अच्छा इसलिए लगता है कि आपने जो सोचा था उसके करीब करीब आपने कर दिया काम, और दुख इसलिए लगता है कि जो गलतियाँ होती है उसको आप पैरेलली देख रहे होते हैं साथ में, कि यार ये होना, ये होना, तो फिर जबरदस्ती आपने को पुश करना पड़ता है, नहीं यार गलतियाँ मत देख, फिल्म देख अभी तो लेमैन बन के फिल्म देख। बट वो लोग बोलते हैं ना मैं लेमैन बन के देखता हूँ, वो बोलना बहुत आसान होता है, तो वो अपने आप से झूठ बोल रहे होते हैं क्योंकि तो फिर वो आपको तोड़ना पड़ता है, वापस आप बैठते हो लेमन बन के बैठते हो, तो उस टाइम जब पहली बार देखते हो आप कंप्लीशन फिल्म, तो आपको अपने पे खुशी भी होती है, दुख भी होता है, दोनों पार्ट होते हैं, और ये दोनों होने चाहिए कि अपने आप को आपको शाबाशी भी देनी चाहिए कि चलो ठीक है तुमने ठीक किया और अच्छा करना, और दुख इस बात का होना चाहिए कि दोबारा गलती ना हो, ये जो गलतियाँ हुई है कि दोबारा गलती ना हो भगवान से, या खुद कोशिश करनी चाहिए कि दोबारा ये मिस्टेक ना हो, ਮੈਂ ਇਸਕੋ 100% ਦੇ ਪਾऊँ। ਨਹੀਂ ਇਹ ਤਾਂ ਤੁਹਾਡੀ ਆਪਣੇ ਆਪ ਦੀ ਗੱਲ ਹੋ ਗਈ ਨਾ, ਤੁਸੀਂ ਕਿਹਨੂੰ ਦੇਖ ਕੇ ਕਿਆ ਵੀ ਵਾਹ ਕਮਾਲ ਕਰਦੀ ਵੀ, ਤੁਸੀਂ ਕਿਸੇ ਨੂੰ ਇੰਨਾ ਅਪਰੀਸ਼ੀਏਟ ਕੀਤਾ ਡਿਊਰਿੰਗ ਸ਼ੂਟ ਜਾਂ ਆਫਟਰ?
या हजे बोले हजे नहीं वो वर्ड्स? हाँ, नहीं नहीं ऐसा नहीं है। जैसे नीरू जी बोल रहे अप्रिशिएशन था कि अच्छा कर रहे हो, पता दिख रहा था सुबह सेट पे अच्छा हो रहा है, काफ़ी एक्टर्स का था कि अच्छा हो रहा है, अच्छा कर। बट सरप्राइज जो सबसे ज़्यादा, क्योंकि मैंने सरताज जी को फिल्म रिलीज से बहुत पहले बोला था, जब वो थोड़ा थोड़ा करते थे कि उनको लगता था कि मैं बहुत ज़्यादा वो नहीं फोकस कर रहा चीज़ों पे जो उन, तो मैं उनको एक चीज़ का प्रॉमिस देता था कि मैं बोला सर पता नहीं ये फिल्म क्या होगी बट अच्छी ज़रूर होगी, इतना मेरा प्रॉमिस है। मैं सबको, नीरू जी को बोला, सबको बोला कि फिल्म बिजनेस क्या करेगी मेरे को कोई पता, इसको भी बोला कि मैं एक प्रॉमिस करता हूँ फिल्म अच्छी होगी, बुरी नहीं होगी, बहुत अच्छी होगी मैं ये नहीं प्रॉमिस कर रहा हूँ, बट अच्छी डेफिनेटली होगी, ये मैं गारंटी देता हूँ। बाकी मेरे को पता नहीं। और सरताज जी को भी मैं बार बार बोलता था कि सर ये फिल्म आपका काम बहुत अच्छा होगा, वो कोई यकीन नहीं करता था मेरे पे। यकीन नहीं करते थे? कोई नहीं फोन कर ले कि हूँ क्या, मतलब मैं तो, उन्होंने इतनी जोर से हक किया मेरे को, इतनी जोर से हक किया तो मैं तो खुद हिल गया था। मैं यही सरताज जी है क्योंकि वो बहुत, वो उनका एक स्टेबल रहते उनका हैं। ऑरा बना हुआ है उनका कि वो बहुत तो ठहरे ठहरे हुए, मतलब समझदार, मतलब उनकी जगह है उनकी एक, तो डॉक्टर है वो, जहाँ डॉक्टर लिखा जाता है तो रिस्पेक्ट बहुत बड़ी हो जाती है। तो और जब ये फर्स्ट स्क्रीनिंग हुई थी तो वो सबसे पहले आए मेरे पास, मैं बैठा था, फिर हरिंदर बैठी थी, ऐसे बैठे थे हम लोग। तो वो आए, उन्होंने काफ़ी ताकत के साथ, जो होता है ना कि ताकत मतलब जिसको पूरा इमोशंस मतलब के पूरी साथ, जान हाँ, मतलब लगा के, इमोशंस हाँ, गलबकड़ी चला के देते गल हैं। बहुत जोर से, तो मैं खुद अजूबे में था कि ये क्या हुआ। तो हाँ, फिर उन्होंने हरिंदर को भी सेम, हरिंदर को माथा चूमा, हाँ, जी तो जी जी। अच्छा लगा। तो उसके बाद फिर इमीडिएट इसने बोल दिया, क्या नाम है, अंबर ने, कि हमारी इंडस्ट्री को एक और एक्टर मिला है और मैं इनको साइन कर रहा हूँ जा। उन्होंने फिर फोन, ऐसा कुछ जो भी है, तो मेरे को खुशी हुई, चलो मैं जितना मेरे को थोड़ा बहुत आता था मैं कर पाया। ਜੀ ਥੋੜਾ ਬਹੁਤ ਕਰਕੇ ਤੁਸੀਂ ਐਡਾ ਕਰਤਾ ਤੇ ਜਦੋਂ ਇੰਨਾ ਆ ਗਿਆ ਉਦੋਂ ਕੀ ਕਰਨੇ? ਨਹੀਂ ਦਾਦੂ, ਇਹ ਤੁਹਾਡੀ ਸਿਆਣਪ ਹੈ ਕਿ ਤੁਸੀਂ ਇਸ ਚੀਜ਼ ਨੂੰ ਇੱਦਾਂ ਲੈਂਦੇ ਹੋ। ਕੱਲ ਪ੍ਰੀਮੀਅਰ ਤੇ ਬੈਠੇ ਟਾਈਮ ਕੁਝ ਲੋਕਾਂ ਦੇ ਜ਼ਿਹਨ 'ਚ ਇੱਕ ਸਵਾਲ ਸੀ, ਕੀ ਮੈਂ ਉਹ ਸਵਾਲ ਰੱਖ ਸਕਦੀ ਹਾਂ? ਜੀ, ਉਹ ਕਹਿ ਰਹੇ ਸੀ ਵੀ ਜਦੋਂ ਨੀਰੂ ਇੱਕ ਟਾਈਮ ਤੇ ਟੁੱਟਦੇ ਨੇ ਕਾਲਜ ਤੋਂ, ਉਹਨਾਂ ਦੀ ਜ਼ਿੰਦਗੀ ਦੀ ਇੱਕ ਖੁਸ਼ੀ ਦੱਬੀ ਜਾਂਦੀ ਹੈ, ਘਰੇ ਪਹੁੰਚਦੇ ਨੇ ਤੇ ਦੂਜੀ ਖੁਸ਼ੀ ਹਮੇਸ਼ਾ ਲਈ ਮੁੱਕ ਜਾਂਦੀ ਹੈ। ਉਹ ਕਹਿ ਰਹੇ ਸੀ ਕਿ ਵੀ ਇੱਦਾਂ ਕਿੱਦਾਂ ਹੋਇਆ ਵੀ ਉਹ ਜਦੋਂ ਆਏ ਨੇ ਤੇ ਸਾਰਾ ਕੁਝ ਹੋ ਚੁੱਕਿਆ, ਬਸ ਉਹਨਾਂ ਦੇ ਸਾਹਮਣੇ ਤੋਰ ਕੇ ਲੈ ਗਏ, ਉਹਨਾਂ ਨੂੰ ਇਨਫੋਰਮ ਤੱਕ ਨਹੀਂ ਕੀਤਾ ਗਿਆ ਵੀ ਇੱਦਾਂ ਕਿਉਂ? ਮੇਰਾ ਉੱਥੇ ਜਵਾਬ ਇਹ ਸੀ ਕਿ ਨੀਰੂ ਨੂੰ ਘਰ ਦੇ ਵਿੱਚ ਉਹਦੀ ਮਾਂ ਜਾਂ ਉਹਦੇ ਬ੍ਰਦਰ ਨੇ ਕਦੀ ਐਡਾ ਅਹਿਮੀਅਤ ਦਿੱਤੀ ਹੀ ਨਹੀਂ ਕਿ ਉਹ ਨੀਰੂ ਦੀ ਵੇਟ ਕਰਨ ਤੇ ਸਾਰੇ ਜਿਹੜੇ ਹੈਗੇ ਨੇ ਰਿਚੁਅਲਸ ਉਸ ਤੋਂ ਬਾਅਦ ਕੀਤੇ ਜਾਣ। ਉਹਨਾਂ ਲਈ ਨੀਰੂ ਸਿਰਫ ਇੱਕ ਘਰ ਦਾ ਜੀ ਆ। ਇਹ ਦਾ ਮੇਰਾ ਨਜ਼ਰੀਆ ਸੀ, ਪਰ ਇਹ मैं ਤੁਹਾਡੇ ਕੋਲੋਂ जानना आपने चाहती मेरा हूँ जवाब खुद दे दिया कि ये सही सेम सी। जवाब है, क्योंकि उससे पहले भी उसका भाई उसको नहीं समझ रहा, उस पर लक्षण लगा चुका है, तू ऐसी है, तू वैसी है, तूने ये किया, तूने वो किया, सब कुछ हो चुका है उसके साथ। उसकी माँ भी मतलब पूरा फोकस बेटे की तरफ है। तो जब उसका एक्सीडेंट हो, कभी कभी लाइफ में ये नेचुरल है, ये कुदरत का है। तो बोलते ना कि शनि चल रहा है, 7.5 चल रही है, जहाँ जो भी लोग बोलते हैं। तो जब आपका कभी कभी ऐसा होता है, जब पता नहीं कुदरती हो जाता है कि आपकी जब बुरा टाइम आता है ना, तो साथ साथ सब कुछ चीजें चलती हैं, तो उसको आप क्या बोल दोगे कि ये ऐसा कैसे हो गया यार, और ये सबके साथ होता है। तो तभी आप नाम ले देते हो, ये नहीं शनि 7.5 चालू है या 2.5 है चालू, जो भी टाइम ही ठीक नहीं है। दादू ਨੂੰ ਪਤਾ ਸਾਰਾ ਕੁਝ ਹੀ ਹੈ, ਪਤਾ ਸਾਰਾ ਹੀ ਹੈ। जहाँ टाइम खराब है, ये सबके साथ होता है, और ऐसा कोई नहीं है जिसके साथ ना होता। जब अच्छा टाइम आता है तो आप कुछ भी उल्टा करो, सीधा तो सब कुछ करो, जुड़ जाता है। थूको, जो भी करना कर लो, हर चीज सही गिरती है। आप कैसे भी पत्ता फेंको वो सीधा ही पड़ेगा। जैसे वो जावेद साहब ने बहुत अच्छी लाइन बोली, और सलीम साहब ने बहुत अच्छी लाइन बोली है कि जब अच्छा टाइम आता है ना तो बॉल अपने आप बैट पे आती है। क्या बात है। आपको बैट नहीं, बैट बल्ला नहीं घुमाना बल्ला नहीं पड़ता, घुमाना पड़ता, बॉल बैट पे आती ਆਪਣੇ है। ਆਪ ਹਾਂਜੀ, ਉਹ ਸਹੀ ਸਮਾਂ ਔਰ ਮਾੜੇ ਸਮੇਂ ਦਾ ਇਹ ਤਾਂ ਹੈ ਹੀ ਹੈ। तो मैं वही बोलना चाहता हूँ कि अगर कोई ये सवाल कर रहा है तो वो इस चीज को समझ ले कि ये फैक्ट है, ये हर घर में हर आदमी के साथ हर जगह होता है कि जब हर चीजें खराब time, होती हाँ, है तो situation अचानक सब same नहीं चीजें साफ होती, खराब हाँ। होनी शुरू हो जाती है। ਜੀ, ਬਾਕੀ ਕੱਲ ਸਾਡੀ ਇੱਕ ਹੋਰ ਗੱਲ ਹੋਈ ਸੀ, ਮੈਂ ਉਸ ਗੱਲ ਨਾਲ ਪੂਰੀ ਸਹਿਮਤੀ ਰੱਖਦੀ ਹਾਂ ਕਿ ਜਦੋਂ ਪਹਿਲੇ 2 ਘੰਟਿਆਂ ਦੇ ਵਿੱਚ ਸਾਰਾ ਮੈਸੇਜ ਔਰ ਸਾਰੀਆਂ ਚੀਜ਼ਾਂ ਪਰੋਸ ਦਿੱਤੀਆਂ ਗਈਆਂ ਤੇ ਐਂਡ ਨੂੰ ਜੇ ਆਪਾਂ ਮਾਈਨਿਊਟਲੀ ਬਾਈਂਡ ਅਪ ਵੀ ਕਰ ਦਿੰਦੇ ਆ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ, ਕਿਉਂਕਿ ਅਸੀਂ ਜੋ ਦੱਸਣਾ ਹੈ ਉਹ ਦੱਸ ਚੁੱਕੇ ਹਾਂ। ਬਟ ਫਿਰ ਵੀ ਕਈਆਂ ਨੂੰ ਲੱਗ ਰਿਹਾ ਸੀਗਾ ਵੀ ਕੋਰਟ ਰੂਮ ਡਰਾਮਾ ਜ਼ਿਆਦਾ ਹੋਣਾ ਚਾਹੀਦਾ ਸੀ, ਕਈਆਂ ਨੂੰ
ਨੂੰ ਲੱਗ ਰਿਹਾ ਸੀਗਾ ਵੋਮਿਕਾ ਦਾ ਪਾਰਟ ਹੋਰ ਮਤਲਬ ਡਰਾਮੈਟਿਕ ਹੋ ਸਕਦਾ ਸੀ, ਕੁਝ ਵਿੱਚ ਹਰਡਲਸ ਆ ਸਕਦੀਆਂ ਸੀ ਕਿ ਇੱਕੋ ਦਮ ਸਾਰਾ ਕੁਝ ਹੋ ਗਿਆ ਕਿ ਮੰਨ ਗਏ, ਗੱਲ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ। ਸੋ ਦਾਦੂ ਇਹਦੇ ਤੇ ਵੀ ਕੁਝ ਕਹਿਣਾ ਹੈ? ਮੈਨੂੰ ਤਾਂ ਤੁਸੀਂ ਜਵਾਬ ਦੇਤਾ ਔਰ मैं एग्री करती हूँ। हाँ, मैं बेसिकली जो कहना चाहते थे वो तो कह दिया, जो कंटेंट था, जो मतलब जो कन्वे करना था वो कन्वे हो गया, तो वो इतना वो नहीं है। बट एक थोड़ा सा गलत है कि हम जिस तरह की फिल्म है और जिस एरिया में मतलब हम तो बहुत ज़्यादा इसको खींचना नहीं चाहिए, खींचना नहीं चाहते थे। थोड़ा सा डर तो हल्का सा रहता है कि आप मतलब, तो वही है थोड़ा सा 5% 2% डर था कि नहीं यार अभी ये चीज़ हो रही है, अभी ये चीज़ फटाफट लोगों को सोचने का मौका ना मिले, मतलब समझने का, तो कर लो। अभी ये आपने बोला शायद यही फिल्म अगर आप साउथ में करो, बॉलीवुड में, तो उसका स्पेस अलग सेट हो जाएगा, फिर मतलब टाइम भी रहेगा, टाइम सेटलनेस, वो जो चीजें आप लेंथ भी बोल बढ़ा रहे हो सकते हैं ना, ना, वो सब चीजें अपने आप जुड़ती जाएंगी। ਪਰ ਇਹਦੇ ਤੋਂ ਮੇਰੇ ਦਿਮਾਗ 'ਚ ਬੈਠੇ ਬੈਠੇ ਇੱਕ ਹੋਰ ਗੱਲ ਆਈ ਹੈ ਕਿ ਜੋ ਉਹ ਇੱਕ ਸੀਰੀਅਸ ਪਾਰਟ ਚੱਲ ਰਿਹਾ ਸੀ, ਤੁਸੀਂ ਇਹ ਸੋਚੋ ਲੋਕੀ ਉਹਨੂੰ ਇੰਜੋਏ ਕਰਨ ਲੱਗ ਗਏ ਸੀ, ਤਾਂ ਹੀ ਸ਼ਾਇਦ ਉਹਨਾਂ ਨੂੰ ਲੱਗਿਆ ਹੋਏਗਾ ਕਿ ਇੱਕੋ ਦਾ ਮੈਨੂੰ ਪੋਜ਼ਿਟਿਵ ਕਿਉਂ ਹੋ ਗਿਆ, ਹੈ ਕਿ ਨਹੀਂ? और ये अच्छी गल है। वो ना, शूट अच्छी भी गल है, वो हाँ। मैं अपने मुंह से भी पहली बार बोल रहा हूँ वो हाँ जी, वो अच्छा शूट हुआ, ड्रामेटिक, उसमें कुछ भी नहीं, ना डायलॉग है ना कुछ है, जो उस पोर्शन में जहाँ नीरू एंटर करती है उससे जी, पहले वाले में, तो वो अपने आप में बहुत ज़्यादा इम्पैक्टफुल था। तो वो पता नहीं चलता कितना टाइम कहाँ गया, ऐसे ऐसे निकलता है, गोली की स्पीड में टाइम निकलता है। उसके बाद फिर लाइन्स आती हैं, तो हर करेक्टर की लाइन इतनी पावरफुल है, और उसको जिस तरह से कन्वे किया लोग, बोला एक्टर्स ने, वो वॉइस जो सरताज जी की वॉइस है जो सुपर, तो वो पता नहीं चलता कि वो है तो छोटा नहीं है उसकी लेंथ 8-9 मिनट है, 10 मिनट है सॉरी, तो वैसे भी क्लाइमेक्स 8 मिनट 10 मिनट से ज़्यादा नहीं होता, तो है भी ये लेंथ वाइज तो उतना ही है, बट आपको छोटा लग रहा है इसलिए कि वो फट करके वो आपको फटाफट समझ में नहीं आ रहा, वो खत्म हो रहा है। ਜਾਂ ਇਹ ਵੀ ਗੱਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਹੀ ਹੈ ਕਿਉਂਕਿ ਇਹ ਚੀਜ਼ਾਂ ਫਿਲਮ ਦੇ लेंथ ਵਿੱਚ वाइज कम नहीं, आप कोई भी फिल्म क्लाइमेक्स उठा के देखो, ਉਹੀ ਕਹਿ ਰਹੀ ਹਾਂ ਨਾ, ਲੋਕੀ ਇੰਜੋਏ ਕਰਨ ਲੱਗ ਗਏ ਸੀ ਉਹ ਚੀਜ਼ ਨੂੰ ਕਿ ਸ਼ਾਇਦ ਹੋਰ ਕੁਝ ਹੋਣ, ਐਕਸਪੈਕਟੇਸ਼ਨ ਵਧਣ ਲੱਗ ਗਈ ਸੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦਿਖਾਇਆ ਹੈ ਇੱਕੋ ਦਮ ਕਿ ਉਹ ਕਿੱਥੇ ਨੇਗੇ, ਉਹ ਸਸਪੈਂਸ ਖਤਮ ਕਰਦੇ ਕਰਦੇ ਇੰਨੇ ਕਰੈਕਟਰਸ ਦਿਖਾਤੇ, ਇੰਨਾ ਕੁਝ, ਮੇਬੀ ਲੋਕਾਂ ਦੀ ਐਕਸਪੈਕਟੇਸ਼ਨਸ ਵੱਧ ਗਈਆਂ ਹੋਣਗੀਆਂ, ਉਹਨਾਂ ਨੂੰ 8 ਮਿੰਟ 4 ਮਿੰਟ ਲੱਗੇ ਹੋਣਗੇ, ਐਂਡ ਇਹ ਅੱਛਾ ਪੁਆਇੰਟ ਹੈ। चलो कोशिश करूँगा दोबारा, और मैं इसलिए बोला ना कि मैं अभी भी समझता हूँ मैं कंप्लीट नहीं हूँ, जहाँ हमने बहुत अच्छा काम नहीं किया, मेरे को लगता है अभी भी कुछ चीज़ें हैं जो और अच्छी हो सकती थी, जहाँ तो सीखा ही है, तो कोशिश करूँगा दोबारा और अच्छा करूँ थोड़ा सा जी, राइट। वो तो आपने जो बोला शायद वो ना दोबारा बोलने का मौका मिले। ਮੈਂ ਤਾਂ ਆਲਵੇਜ਼ ਹੀ ਜੱਗੀ ਵੀ ਹੋ ਗਏ, ਮੈਂ ਉਹਨਾਂ ਨੂੰ ਵੀ ਕਹਿੰਦੀ ਹਾਂ, ਮੈਨੂੰ ਲੋਕਾਂ ਦਾ ਪ੍ਰੋਸਪੈਕਟਿਵ ਮੈਂ ਨਹੀਂ ਜੱਜ ਕਰ ਸਕਦੀ, ਬਟ ਜਿੱਥੇ ਵੀ ਇੱਕ ਇਮੋਸ਼ਨਲ ਐਂਗਲ ਨੂੰ ਸਮਾਜਿਕ ਤੌਰ ਤੇ ਰੱਖਿਆ ਜਾਂਦਾ, ਆਈ ਆਲਵੇਜ਼ ਅਪਰੀਸ਼ੀਏਟ ਐਂਡ रिस्पेक्ट टू। बट उसका ना एक चीज़ आप मतलब मैं वही बोल रहा हूँ कि आपने वहाँ क्लाइमेक्स नहीं था, वो क्लाइमेक्स के आगे भी था जी, अगर आप ध्यान से देखो ना, बट वहाँ पे लाइट शुरू हो जाती है, लोग उठ जाते हैं, उस शॉट तो तक अब वो क्लाइमेक्स उस गाने तक है, सॉन्ग तक है कि कंप्लीशन क्या है, वो बंदा आज उसके साथ अपना टाइम एक्सपेंड कर रहा है, उसने उसको छोड़ा नहीं है, उसी के साथ जी रहा है, अपनी लाइफ उसको दे रहा है, अपना उठना, अपनी मॉर्निंग, अपना सब कुछ उसको दे रहा है, उसको चप्पल पहना रहा है, उसको सुर्खी बिंदी, मतलब खुद को डेकोरेशन करने के बजाय या खुद को सजाने के बजाय उसको सजा रहा है, उसके साथ जी रहा है आज, और उतना ही खुश होकर जी रहा है जितना वो यंग टाइम में था, या उस टाइम में था, तो वो कंप्लीशन है। और वो लास्ट एक खीर वाला जो शॉट है वो ये दिखाता है कि उसमें सेंस आनी शुरू होगी, चीज़ें ठीक होनी शुरू हो गई है, तो पॉजिटिव नोट पे छूटते हैं, बट ये कंप्लीशन है, ये कंप्लीट क्लाइमेक्स है, क्लाइमेक्स वहाँ ख़त्म नहीं हुआ, तो आपने शायद इसलिए अगर पूरा बैठ के देखोगे तो तब आपको लगेगा हाँ छोटा नहीं है। ਨਹੀਂ, ਮੈਂ ਤੇ ਇੱਥੇ ਇੱਕ ਬਹੁਤ ਸੋਹਣੀ ਗੱਲ ਕਹਿਣਾ ਚਾਹਾਂਗੀ ਕਿ ਹਮੇਸ਼ਾ ਕਹਿੰਦੇ ਆ ਕਿ ਔਰਤ ਸ਼ਿੰਗਾਰ ਕਰਦੀ ਹੈ ਆਦਮੀ ਦੇ ਲਈ, ਪਰ ਜੇ ਆਦਮੀ ਦੇ ਨਜ਼ਰੀਏ ਤੋਂ ਔਰਤ ਵੇਖਣ ਲੱਗ ਜਾਏ ਤੇ ਉਸ ਤੋਂ ਖੂਬਸੂਰਤ ਕ੍ਰੀਏਸ਼ਨ ਕੋਈ ਵੀ ਨਹੀਂ ਹੁੰਦੀ ਹੈ। ਇਹ ਵੀ ਇੱਕ ਮੈਸੇਜ ਆਬਜ਼ਰਵ ਕਰਨ ਵਾਲਾ ਹੈ, ਔਰ ਬਹੁਤ ਬਿਊਟੀਫੁਲੀ ਤੁਸੀਂ ਉਹਨੂੰ ਦਿਖਾਇਆ ਵੀ ਹੈ। ਸੋ ਤੁਸੀਂ ਜਿੰਨੇ ਵੀ ਕਰੈਕਟਰਸ ਘੜੇ ਨੇ, ਮੈਨੂੰ ਇੱਕ ਕਰੈਕਟਰ ਬੜਾ ਇੰਟਰਸਟਿੰਗ ਲੱਗਿਆ, ਪੰਗੂ ਮੈਡਮ ਦਾ, ਠੀਕ ਹੈ, ਉਹ ਸੈਂਡਲ ਟੁੱਟਣ ਵਾਲਾ, ਉਹ ਕਹਿ ਰਹੀ ਸੀ ਦਿਲਨੂਰ ਵੀ, ਅਸੀਂ ਬੜਾ ਮਜ਼ਾਕ ਉਡਾਇਆ, ਸਾਨੂੰ ਬਾਅਦ ਚੋਂ ਕਹਿੰਦੇ ਸਾਨੂੰ ਲੱਗਿਆ ਕਿ ਮੈਡਮ ਨੇ ਹੀਲ ਪਹਿਲੀ ਵਾਰ ਪਾਈ ਹੈ ਵੀ ਤੁਰੀ ਨਹੀਂ, ਉਹਨਾਂ ਨੂੰ ਤੁਰਨਾ ਨਹੀਂ ਆਉਂਦਾ, ਕਹਿੰਦੇ ਸਾਨੂੰ ਬਾਅਦ ਚੋਂ ਪਤਾ ਲੱਗਿਆ ਵੀ ਉਹਨਾਂ ਦਾ ਕਰੈਕਟਰ ਉਹ ਸੀ। ਸੋ ਹਿੰਦੀ ਵਾਲੇ ਮੈਡਮ ਕਿਉਂ, ਵੈਸੇ ਪੰਜਾਬੀ ਵਾਲੇ ਕਿਉਂ ਨਹੀਂ? ਨਹੀਂ, ਇਸ ਤਰੀਕੇ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਐਸਐਸਟੀ ਦੇ ਕਿਉਂ ਨਹੀਂ, ਮੈਥਸ ਦੇ ਸਪੋਰਟਸ ਦੇ ਕਿਉਂ ਨਹੀਂ, ਹੈ ਨਾ, ਐਂਡ ਉਹ ਕੈਰੈਕਟਰ ਲਾਈਕ ਜਿਵੇਂ ਦਾ ਉਹਨਾਂ ਦਾ ਨਾਮ ਹੈ, ਔਰ ਜਿਵੇਂ ਦੀ ਉਹਨਾਂ ਨੂੰ ਅਸੀਂ
ਥੋੜਾ ਜਿਹਾ ਹਿੰਦੂ ਫੈਮਿਲੀ ਤੋਂ ਦਿਖਾਇਆ ਐਂਡ ਜਿੱਦਾਂ ਆਪਾਂ ਨੂੰ ਹੁੰਦਾ ਸੀ ਨਾ ਕਿ ਸ਼ਹਿਰ ਤੋਂ ਜਿਹੜੇ ਵੀ ਮੈਡਮ ਆਉਂਦੇ ਸੀ ਉਹ ਹਿੰਦੀ ਵਾਲੇ ਹੁੰਦੇ ਸੀਗੇ ਐਂਡ ਪਿੰਡ ਤੋਂ ਪੰਜਾਬੀ ਵਾਲੇ ਇੱਕੋ ਹੁੰਦਾ ਸੀਗਾ ਐਂਡ ਉਹ ਕੋਇਨਸੀਡੈਂਟਲੀ ਸਟੋਰੀ 'ਚ ਉਦਾਂ ਹੀ ਆਰਗੈਨਿਕਲੀ ਉਦਾਂ ਹੀ ਬਣਿਆ ਉਹਨਾਂ ਦਾ ਕੈਰੈਕਟਰ ਤਾਂ ਉਹ ਇਸ ਕਰਕੇ ਉਹ ਹਿੰਦੀ ਵਾਲੇ ਮੈਡਮ ਨੇ। ਓਕੇ ਸੋ ਦਾਦੂ ਤੁਸੀਂ ਕਿਹਾ ਵੀ ਤੁਹਾਨੂੰ ਆਪਦੀਆਂ ਕਮੀਆਂ ਖੁਦ ਹੀ ਪਤਾ ਨੇ ਔਰ ਤੁਸੀਂ ਪ੍ਰੋਪਰਲੀ ਸੈਟੀਸਫਾਈਡ ਖੁਦ ਹੀ ਕਦੀ ਨਹੀਂ ਹੁੰਦੇ, ਤੁਹਾਨੂੰ ਪਤਾ ਹੁੰਦਾ ਕਿ ਇਹ ਚੀਜ਼ਾਂ ਨੇ। ਜੇ ਤੁਸੀਂ ਹੁਣ ਮਤਲਬ ਆਊਟ ਆਫ 100 ਆਪਣੇ ਆਪ ਨੂੰ ਰਿਮਾਰਕ ਕਰਨਾ ਹੋਏ ਤੁਸੀਂ ਕਿੰਨਾ ਆਪਣੇ ਆਪ ਨੂੰ ਮਾਰਕਸ ਦਓਗੇ ਇਸ ਫਿਲਮ ਲਈ, ਕਲੀ ਜੋਟੇ ਲਈ? ਟਫ ਥਿੰਗ, ਵੈਸੇ ਪੇਪਰ ਦੂਸਰੇ ਚੈੱਕ ਕਰਦੇ ਆ ਕਦੇ ਵੀ ਖੁਦ ਨਹੀਂ ਚੈੱਕ ਕਰਦੇ। ਸਾਡੇ ਵੱਲੋਂ ਤਾਂ ਪਾਸ ਹੋ ਗਏ, ਅਸੀਂ ਤਾਂ ਕਹਿ ਰਹੇ ਢੋਲ ਵਜਾਉਂਦੇ ਬਸ ਉਹ ਸਾਡੇ ਲਈ ਤੁਸੀਂ ਪਾਸ ਕਰੋ, ਡਿਸਟਿੰਕਸ਼ਨ ਦਿਓ। ਇਹ ਤਾਂ ਦੋਨੋਂ ਹੀ ਚੀਟਿੰਗ ਕਰਦੇ ਨੇ, ਕਾਪੀ ਪੇਸਟ ਚੱਲ ਰਿਹਾ ਹੈ। मैं शायद बोल देता हूं तुझे ਕਿਉਂਕਿ ਅਸੈਸਮੈਂਟ ਦੇਖੋ ਜੋ ਸਾਡਾ ਕੰਮ ਉਹਦੀ ਅਸੈਸਮੈਂਟ ਹੀ ਆਡੀਅנס ਨੇ ਦੇਣੀ ਹੈ ਨਾ, ਕ੍ਰਿਟਿਕਸ ਨੇ ਦੇਣੀ ਹੈ। ਤਾਂ ਮੈਨੂੰ ਲੱਗਦਾ ਪੇਪਰ ਸਾਡੇ ਤੁਸੀਂ ਚੈੱਕ ਕਰਨ ਵਾਲੇ ਹੋ, ਹੁਣ ਕਰਤੇ, ਹੁਣ ਕੀ ਕਰੀਏ ਅੱਗੇ? ਅੱਛਾ ਇੱਕ ਚੀਜ਼ ਜੋ ਮੋਸਟ ਇੰਪੋਰਟੈਂਟ ਹੁੰਦੀ ਹੈ, ਆਪਾਂ ਕਹਿੰਦੇ ਆ ਵੀ ਸੰਗੀਤ ਕਿਸੇ ਵੀ ਫਿਲਮ ਦੀ ਰੀੜ ਦੀ ਹੱਡੀ ਹੁੰਦਾ ਹੈ। ਸੋ ਕਈ ਫਿਲਮਾਂ ਦੇਖ ਕੇ ਜੈਨੂਇਨਲੀ ਇਦਾਂ ਲੱਗਦਾ ਹੈ ਗਾਣਾ ਕਿੱਥੋਂ ਆ ਗਿਆ, ਜਾਂ ਹੁਣ ਗਾਣਾ ਕਿੱਥੋਂ ਆ ਗਿਆ, ਜਾਂ ਇਸ ਗਾਣੇ ਦੀ ਇੱਥੇ ਲੋੜ ਨਹੀਂ ਸੀ। ਬਟ ਇਹ ਗਾਣਾ ਔਰ ਫਿਲਮ ਦੀ ਕਹਾਣੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੰਪਲੀਮੈਂਟ ਕਰ ਰਿਹਾ ਹੈ। ਸੋ ਦਾਦੂ ਕੋਈ ਇਹੋ ਜਿਹਾ ਗਾਣਾ ਵੀ ਸੀ ਜੋ ਮੌਕੇ ਦੀ ਨਜ਼ਾਕਤ देखते हुए ऐड किया गया है या कटिया गया है कि नहीं हुन ज़रूरत नहीं है? नहीं ऐसा तो नहीं, गाने क्लियर तो पहले से था ये करना है, बट वो जैसे बोलो ना गाने जो भी थे कहानी बोल रहे थे। जैसे रुतबा वो उनका रोमांस का जर्नी बोल रहा है कि मैं वो सीन में भी कन्वे कर सकता था, तो मैंने सीन नहीं करके वो गाना कर लिया जिसमें उनकी ग्रोथ दिखाई गई कि वो यहाँ मिले वहाँ मिले वहाँ मिले वहाँ मिले, तो वो एक किस्म का सीन है, तो उसको मैंने गाने के थ्रू बोल दिया। तो ये तो पहले से काफ़ी क्लियर था। जैसे वो टाइटल आने हैं, वो पता था टाइटल आने हैं, अब टाइटल वो ऐसे भी आ सकते हैं, तो मैं बोला टाइटल ऐसे क्यों, उसके विषय एक अच्छा सा लिरिक्स हो, अच्छा सा गाना हो, तो थोड़ा सुनने में भी अच्छा लगेगा, क्योंकि टाइटल तो आने ही आने हैं। तो इसलिए वो टाइटल वाला गाना आ गया, कान को भी अच्छा लगता है गाना, वो गाना बहुत अच्छा है। तो गाने तो ऐसा कोई फालतू गाना नहीं है, शायद एक आधा है जो वो डांस वांस वाला है, थोड़ा बहुत वो लगता है, बट वो भी नहीं। वो ब्याह वाला गाना ਜਿਹੜਾ ਹੈ, ਵਿਆਹ ਵਾਲਾ ਕਹਿ ਰਹੇ ਹੋ, ਉਹ ਬਹੁਤ ਹੀ ਸੋਹਣਾ ਗਾਣਾ ਹੈ, ਬਹੁਤ ਹੀ ਕਲਾਸ ਗਾਣਾ ਹੈ ਔਰ ਉਹ ਬਹੁਤ ਹੀ ਇੱਕ ਅਲੱਗ ਜਿਹਾ ਟੇਸਟ ਲੈ ਕੇ ਆਂਦਾ ਹੈ ਫਿਲਮ ਦੇ ਵਿੱਚ, ਬਹੁਤ ਸੋਹਣਾ ਲੱਗਦਾ इसलिए ना क्योंकि उनकी बॉन्डिंग और बिछड़ना था उसमें, लड़की जो उसकी सबसे क्लोज फ्रेंड थी, तो इसलिए उसको गाने को भी बहुत छोटा रखा गया, बेसिकली सीन जैसा उसको भी ट्रीट किया गया है। तो हाँ गाने वो ढूंढते हैं, वो आपने अच्छा किया कि ये गाने काफ़ी कोविड के टाइम में ढूंढे हैं। सरताज जी ने बहुत सारा मटेरियल इकट्ठा किया हुआ था, तो हम जाते थे तो बोलते थे कि मैंने कोविड में 100 कितने गाने, कितने 135 और ऐसा कुछ बोलते थे, इतने गाने लिखे हैं। अच्छा, तो वो बहुत बड़ी बात है कि उन्होंने उसको कितना पॉजिटिव लिया, मतलब वो लॉकडाउन को परेशान नहीं हुए कि या क्या करूं क्या नहीं, उन्होंने उसको यूज़ किया, मतलब अच्छा यूज़ किया, और इतना सारा मटेरियल, इतने सारे गाने और अच्छे गाने इकट्ठे किए। तो उसमें से हमने ये गाने ढूंढ के, मतलब कभी लगता था नाराज ना हो जाए कि ये नहीं पसंद वो नहीं पसंद तो बट फाइनली अच्छे गाने निकले। हाँ, और सरताज जी ने कुछ गाने बहुत अच्छे, मतलब अपने आप फिर चेंज किए सरताज जी ने। जैसे रुतबा का एक अंतरा उन्होंने बोला भी है, उन्होंने बाद में डाला है, वो हमने ऐसे शूट कर लिया था, तो उन्होंने बाद में उस हिसाब से उसको लिरिक्स बना के फिर डाला है, दोबारा किया। ਓਕੇ ਸੋ ਤੁਹਾਡੀ ਏਜ ਤਾਂ ਬਹੁਤ ਜ਼ਿਆਦਾ ਨਹੀਂ ਹੈ, ਤੁਸੀਂ ਇੰਨੀ ਜ਼ਿਆਦਾ ਮੈਂ ਤਾਂ ਕਹਿ ਸਕਦੀ ਹਾਂ ਵੀ ਬਹੁਤ ਡੈਪਥ ਵਾਲੀ ਸਟੋਰੀ ਜਿਹੜੀ ਲਿਖੀ ਹੈ। ਬੈਸਟ ਕੰਪਲੀਮੈਂਟ ਹੁਣ ਤੱਕ ਦਾ ਕਿਹਦੇ ਤੋਂ ਮਿਲਿਆ ਔਰ ਕੀ ਮਿਲਿਆ ਜਿਹੜਾ ਤੁਹਾਨੂੰ ਬਲੇਸਿੰਗਸ ਵਾਂਗੂ ਲੱਗਿਆ ਹੋਵੇ, ਜਾਂ ਘਰਦਿਆਂ ਦੀ ਜੇਕਰ ਗੱਲ ਕਰੀਏ ਜਾਂ ਇੰਡਸਟਰੀ ਦੀ ਵੀ ਕਰੀਏ? ਬੈਸਟ ਕੰਪਲੀਮੈਂਟ ਵੈਸੇ ਤਾਂ ਸਾਰਿਆਂ ਦਾ ਰਿਸਪੌਂਸ ਹੀ ਜੋ ਮਿਲਿਆ ਨਾ ਮੇਰੇ ਲਈ ਬੈਸਟ ਹੀ ਸੀਗਾ। ਉਹ ਇੰਨਾ ਪੋਜ਼ਿਟਿਵ ਰਿਸਪੌਂਸ ਤੁਹਾਡੇ ਪਹਿਲੇ ਕੰਮ ਨੂੰ ਮਿਲਦਾ ਹੈ ਨਾ, ਤਾਂ ਉਹ ਬੈਸਟ ਚੀਜ਼ ਹੀ ਹੁੰਦੀ ਆ। ਬਾਕੀ ਬੈਸਟ ਕੰਪਲੀਮੈਂਟ ਮੈਂ ਇਹ ਕਹੂੰਗੀ ਦਾਦੂ, ਜਦੋਂ ਅਸੀਂ ਸ਼ੂਟ ਕਰਨਾ ਸੀਗਾ ਸ਼ੁਰੂ, ਜਿਹੜਾ ਕਾਲਜ ਵਾਲਾ ਉਹ ਹੈ ਜਿਹੜਾ ਸਾਡਾ ਸਲੋਗਨ ਹੈ, ਇੱਕੋ ਇੱਕ ਜ਼ਿੰਦਗੀ ਮੌਜ ਨਾਲ ਜੀਵਾਂਗੇ, ਹਾਸਿਆਂ ਨੂੰ ਖਾਵਾਂਗੇ, ਖੁਸ਼ੀਆਂ ਨੂੰ ਪੀਵਾਂਗੇ। ਅਸੀਂ ਗੁਰਦਾਸਪੁਰ ਸੀਗੇ ਐਂਡ ਅਸੀਂ ਨੈਕਸਟ ਡੇ ਸ਼ੂਟ ਕਰਨਾ ਐਂਡ ਸਾਡਾ ਇਹ ਸੀਨ ਸੀਗਾ ਹੈ ਨਾ, ਤਾਂ ਦਾਦੂ ਨੂੰ ਲੱਗਦਾ ਸੀ ਕਿ ਅੱਛਾ ਠੀਕ ਆ ਉਹ ਜਾ ਰਹੀਆਂ ਤਾਂ ਕੁਛ ਹੋਣਾ ਚਾਹੀਦਾ, ਉਹਨਾਂ ਦੀ ਕੁਛ ਗੱਲਬਾਤ ਤਾਂ ਸੀ ਕਿ ਉਹ ਕਹਿੰਦੀ ਹੈ ਜਲਦੀ ਚੱਲ ਐਂਡ ਆਲ ਦਾ, ਕੁਛ ਹੋਰ ਵੀ ਹੋਣਾ ਚਾਹੀਦਾ ਹੈ ਨਾ। ਚੱਲ ਮੈਨੂੰ ਕਹਿੰਦੇ ਤੂੰ ਸੀਨ ਵਗੈਰਾ ਰਿਵਾਈਜ਼ ਕਰ ਸਾਰਾ। ਦਾਦੂ ਲੋਕੇਸ਼ਨ 'ਤੇ ਗਏ ਹੋਏ ਸੀ, ਪਿੱਛੋਂ ਮੈਂ ਕੰਮ ਕਰ ਰਹੀ ਹਾਂ, ਦੇਖ ਰਹੀ ਹਾਂ, ਮੈਂ
ਰਾਸਤੇ ਨੂੰ ਸੋਚ ਰਹੀ ਹਾਂ। ਐਂਡ ਦੈਨ ਇਹ ਲਾਈਨਾਂ ਮੇਰੇ ਮਾਈਂਡ 'ਚ ਆਈਆਂ ਹੈ ਨਾ, ਔਰ ਮੈਨੂੰ ਨਹੀਂ ਪਤਾ ਸੀ ਦਾਦੂ ਨੂੰ ਚੰਗੀਆਂ ਲੱਗਣਗੀਆਂ, ਕਿਵੇਂ ਲੱਗੂਗਾ। ਮੈਂ ਕਿਹਾ ਦਾਦੂ ਮੈਂ ਇਹ ਲਿਖਿਆ ਹੈ ਨਾ, ਐਂਡ ਦਾਦੂ ਨੇ ਨਾਲ ਦੀ ਨਾਲ ਮੈਨੂੰ ਕੱਢ ਕੇ 500 ਰੁਪਏ ਦਿੱਤੇ ਹੈ ਨਾ, ਉੱਥੇ ਹੀ ਮਤਲਬ ਲਾਈਕ ਕਿ ਸ਼ਗੁਨ ਤਰ੍ਹਾਂ ਵੀ ਤੂੰ ਇਹ ਵੀ ਬਹੁਤ ਸੋਹਣੀ ਚੀਜ਼ ਵੀ ਉਹਨਾਂ ਨੂੰ ਲੱਗੀ ਵੀ ਹਾਂ ਇਹ ਹੋਣਾ ਚਾਹੀਦਾ ਸੀ, ਵੀ ਜਾਂ ਜੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੁਝ ਹੋਣਾ ਚਾਹੀਦਾ ਮਿਸਿੰਗ, ਔਰ ਇੰਨਾ ਵਧੀਆ ਤੂੰ ਉਹ ਕੀਤਾ ਹੈ ਨਾ, ਉਹਨਾਂ ਨੇ ਖੁਸ਼ੀ ਨਾਲ ਮਤਲਬ ਮੈਨੂੰ ਮੇਰੀ ਉਹ ਰਾਈਟਿੰਗ ਤੇ ਉਹ 2 ਲਾਈਨ ਨਾਲ ਹੀ ਜਿਹੜਾ ਹੈ ਨਾ ਇੱਕ ਉਹਨਾਂ ਲਈ ਉਹ ਬੈਸਟ ਕੰਪਲੀਮੈਂਟ ਸੀਗਾ ਮੈਨੂੰ। ਬਿਊਟੀਫੁਲ। ਸੋ ਦਾਦੂ ਲੋਕ ਤਾਂ ਕਹਿ ਲਓ, ਲੋਕ ਕਹਿ ਲਓ, ਉਹ ਵੀ ਤੁਹਾਨੂੰ ਬੜਾ ਪਿਆਰ ਕਰਦੇ ਨੇ, ਲੇਕਿਨ ਇੰਡਸਟਰੀ ਦੇ ਵਿੱਚ ਵੀ ਜਿਹੜੇ ਤੁਹਾਨੂੰ ਮਾਣ ਦਿੰਦੇ ਨੇ ਉਹ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ। ਦਾਦੂ ਹੁਣ ਕੀ ਸੋਚਦੇ ਆ ਹੁਣ ਪੰਜਾਬੀ ਇੰਡਸਟਰੀ ਦੀ ਫਿਲਮਾਂ ਨੂੰ ਲੈ ਕੇ ਕਹਿ ਲਏ, ਕਿਉਂਕਿ ਤੁਸੀਂ ਤਾਂ ਮੁੰਬਈ ਇੰਨਾ ਮਸ਼ਰੂਫ ਰਹਿੰਦੇ ਹੋ, ਐਡੇ ਵੱਡੇ ਵੱਡੇ ਪ੍ਰੋਜੈਕਟਸ ਕਰਦੇ ਹੋ, ਸੋ ਦਾਦੂ ਕੀ ਸੋਚਦੇ ਨੇ ਹੁਣ? मुंबई में अगर काम मिलता तो यहाँ क्यों आता था? ਇਹ ਔਨ ਕੈਮਰਾ ਹੈ, ਇਹ ਤੇ ਔਨ ਕੈਮਰਾ ਵਾਲੀ ਗੱਲ ਹੈ ਦਾਦੂ। नहीं शायद थोड़ा सा सच है। ਥੋੜਾ ਜਿਹਾ ਸੀ। ਸੋ ਹੁਣ ਪੰਜਾਬੀ ਫਿਲਮਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ, ਕਿਉਂਕਿ ਤੁਹਾਡਾ ਵਿਜ਼ਨ ਤਾਂ ਬਹੁਤ ਵੱਡਾ ਹੈ, ਬਟ ਆਡੀਅנס ਦੇ ਅਕੋਰਡਿੰਗ? बट वही मतलब हर एरिया में फिल्म होनी चाहिए, हर मुद्दे पे फिल्म बननी चाहिए। जैसे जिस तरह से साउथ में चल रहा है, कर्नाटका, साउथ, महाराष्ट्र, वैसे पंजाबी इंडस्ट्री आज की डेट में बहुत बड़ी है, काफ़ी बड़ी है। जितना पैसा, जितना उनका बिजनेस होता है, जितना हमको बॉक्स ऑफिस मिलता है, काफ़ी अच्छा बॉक्स ऑफिस मिलता है हमको, तो हम काफ़ी अच्छी पोजीशन पे हैं। तो इसको और बड़ा करना चाहिए, कोशिश करनी चाहिए कि हम अलग अलग तरह के मुद्दों पे फिल्म बनाएं, जैसे साउथ करता है। तो हमारा भी, हम भी उसी लीग के आसपास पहुँचे, हमारी फिल्म भी मतलब जैसे जी ओना ही ज़्यादा एक्सप्लोर होनी चाहिए, हिंदी में डब हो या फिर ये सब। जैसे साउथ की हर फिल्म मतलब उसकी होती है मैंने डब। सर्वाइवल ही नहीं है जी। हिंदी फिल्म। राइट, वेरी ट्रू। तो हम भी ऐसा नहीं कर सकते। तो अगर सब मिल के करें, जिसमें सबसे बड़ा रोल स्टार्स का होगा, स्टार जो बड़े हैं, जी उसके बाद कुछ डायरेक्टर हैं, तो ये सब मिलजुल के करेंगे तो आराम से हो सकता है। इम्पॉसिबल तो नहीं है। एक ਹੋਰ ਦੌੜ ਰਹਿੰਦੀ ਹੈ, ਫਿਲਮ ਸੋਹਣੀ ਬਣਾ ਲਈ, ਅੱਛਾ ਪ੍ਰੋਜੈਕਟ ਕ੍ਰੀਏਟ ਹੋ ਗਿਆ, ਸਭ ਕੁਝ ਡਨ ਹੈ, ਬਟ ਉਸ ਤੋਂ ਬਾਅਦ ਅੱਜ ਕੱਲ੍ਹ ਜਿਹੜੇ ਮਲਟੀਪਲੈਕਸਿਸ ਨੇ ਉੱਥੇ ਇੱਕ ਬਹੁਤ ਦੌੜ ਹੋ ਜਾਂਦੀ ਹੈ ਫਿਲਮ ਤੋਂ ਬਾਅਦ ਪੋਸਟ ਦੇ ਵਿੱਚ ਕਿ ਕਿੰਨੇ ਸਕਰੀਨਿੰਗਸ ਮਿਲਣਗੀਆਂ, ਕਿਸ ਟਾਈਮ ਦੀ ਫਿਲਮ ਲੱਗੇਗੀ, ਉਹ ਇੱਕ ਜਿਹੜਾ ਆਪਸ ਦੇ ਵਿੱਚ ਇੱਕ ਕਸ਼ਮਕਸ਼ ਚੱਲਦੀ ਰਹਿੰਦੀ ਹੈ। ਦਾਦੂ ਇਹ ਵਾਲੀ ਦੌੜ ਤੁਹਾਡੇ ਲਈ ਕਿੰਨੀ ਈਜ਼ੀ ਰਹੀ ਹੈ, ਔਰ ਹੁਣ ਕੀ ਪ੍ਰੋਸੈਸ ਹੈ? ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਲਟੀਪਲੈਕਸਿਸ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਹੈ, ਇਹ ਖਾਸ ਕਰ ਪੰਜਾਬੀ ਇੰਡਸਟਰੀ ਨੂੰ ਤਾਂ ਬਹੁਤ ਜ਼ਿਆਦਾ ਜਿਹੜੀ ਹੈ ਉਹ ਅੱਜ ਕੱਲ੍ਹ ਲੜਨੀ ਪੈ ਰਹੀ ਹੈ। नहीं क्योंकि जैसे इसके शो पहले नहीं थे, आज शो बढ़ गए हैं। जी तो मुबारक। हाँ, मतलब दिल्ली में काफ़ी शो बढ़ गए हैं, अच्छा क्योंकि पठान इतनी बड़ी हिट है, इतनी बड़ी हिट है, मतलब वो जगह नहीं किसी को दे रही। तो इसको मतलब भगवान का आशीर्वाद बोलो या कुछ भी, तो आज वहाँ भी शो बढ़े हैं, मोहाली में भी शो बढ़े हैं, तो अच्छा है। और एक अच्छे शो हैं, बहुत अच्छे शो हैं। मतलब कनाडा में मेरे को लगता है किसी बड़ी से बड़ी फिल्म जितने शो हैं, मतलब इतने शो हैं जो नॉर्मल फिल्म के होते हैं उससे डबल है पूरे। राइट। तो कनाडा में काफ़ी जगह, ऑस्ट्रेलिया में, तो ये बड़ी बात है। इस फिल्म को जितने शो मिलने चाहिए थे उससे ज़्यादा मिलेंगे। राइट। तो अभी तो खुश हूँ, बट गुडिया बोले का दुख है बहुत ज़्यादा, क्योंकि तब उसको शो नहीं मिले थे, ना मिलने दिए गए थे। तो बट वो अपने आप में इतनी अच्छी थी, उसने अपनी जगह खुद ही बना ली। हाँ, उसको जरूरत नहीं पड़ी किसी की। ਜੀ ਉਹੀ ਗੱਲ ਹੈ ਕਿ ਹਿੱਟ ਔਰ ਫਲॉप ਆਬਵੀਅਸਲੀ ਤੁਹਾਡੇ ਲਈ ਬਹੁਤ ਮੈਟਰ ਕਰਦਾ ਹੋਏਗਾ, ਪਰ ਮੈਨੂੰ ਇਹ ਲੱਗਦਾ ਕਿ ਸਪੀਡ ਦੇ ਵਿੱਚ ਚੀਜ਼ ਜਾਂ ਪ੍ਰੋਜੈਕਟ ਉਹ ਹੈ ਜਿਹੜਾ ਯਾਦ ਰੱਖਿਆ ਜਾਵੇ। ਸੋ ਆਡੀਅנס ਨੇ ਤਾਂ ਬਹੁਤ ਅੱਛੀ ਐਕਸੈਪਟੈਂਸ ਦਿੱਤੀ ਹੈ। ਅੱਛਾ, ਮੈਂ ਸੁਣਿਆ ਹੈ, ਵੈਸੇ ਮੈਂ ਦੇਖਿਆ ਵੀ ਹੈ ਕਿ ਦਾਦੂ ਦੀ ਪਰਸਨੈਲਿਟੀ ਬਿਲਕੁਲ ਅਲੱਗ ਹੈ ਨਾ ਹਰਿੰਦਰ? ਸੋ ਆਪਾਂ ਯੂਜੂਅਲੀ ਪਹਿਲੇ ਡਾਇਰੈਕਟਰਸ ਲੱਗਦੇ ਹੁੰਦੇ ਸੀ, ਹੈਟ ਵਾਲੇ ਹੁੰਦੇ ਨੇ, ਥੋੜੇ ਮੋਟੂ ਜਿਹੇ ਹੁੰਦੇ ਨੇ, ਥੋੜੇ ਇੱਦਾਂ। ਹੁਣ ਚਲੋ ਅੱਛੀ ਉਹ ਵੀ ਆਪਣੇ ਆਪ ਨੂੰ ਮੇਨਟੇਨ ਕਰਨ ਲੱਗਿਆ, ਪਰ ਦਾਦੂ ਮੈਂ ਸੁਣਿਆ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਤੂੰ ਪ੍ਰਮੋਸ਼ਨ ਦੌਰਾਨ ਕਿਸੇ ਨੇ ਰੌਲਾ ਪਾਤਾ ਵੀ ਲਾਲ ਸਿੰਘ ਚੱਡਾ ਆਏ ਨੇ, ਹੈ ਜੀ? हाँ, वैसे ही टाइम पास कर रहे थे। ਅੱਛਾ, ਉਹ ਟਾਈਮ ਪਾਸ ਕਰ ਰਹੇ ਸੀ। ਤੁਸੀਂ ਆਪਣੇ ਤੇ ਨਹੀਂ ਲੈਂਦੇ ਕਿ ਹਾਂ ਵਾਕਈ ब्लश करन लग गए? बोलो भी बोलो तो सही। टाइम पास ही कर रहे थे बेसिकली। वो लोग कॉमेडी टाइम कुछ उन्होंने आई थिंक कुछ पेश किया सी परफॉर्मेंस हाँ, हाँ जी कुछ ਉਹਦੇ ਚ ਸੀ। उनको कुछ चाहिए होता है तो उन्होंने बोला ठीक है। ਸੋ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਹੈ, ਲੇਕਿਨ ਅਜਿਹਾ ਨਹੀਂ ਦੇਖਿਆ ਗਿਆ ਕਿ ਸੀਐਮ ਸਾਹਿਬ ਖੁਦ ਤੁਰ ਕੇ ਆਣ ਔਰ ਪੂਰੀ ਫਿਲਮ ਬੈਠ ਕੇ ਦੇਖਣ। ਸੋ ਇਹ ਜਿਹੜਾ ਹੈ ਉਹ ਪਹਿਲੀ ਵਾਰ ਵੇਖਿਆ ਗਿਆ ਹੈ। ਸੋ ਦਾਦੂ, ਇਸ ਚੀਜ਼ ਨੂੰ ਆਬਵੀਅਸਲੀ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਔਰ ਅੱਛੀ ਗੱਲ ਹੈ, ਲੇਕਿਨ ਸੀਐਮ ਸਾਹਿਬ ਦੇ ਨਾਲ ਬੈਠ ਕੇ ਤੁਸੀਂ ਖੁਦ ਫਿਲਮ ਦੇਖੀ ਹੈ?
ਹਾਂਜੀ तो अच्छा खुशी की गल है, गर्व की गल है। बाकी ज़्यादा एक्सप्लेन अच्छे ढंग से अल्फाज इसके पास है ਹੁਣ ਕਰ ਹੀ ਦਿਓ ਨਹੀਂ ਬਿਲਕੁਲ ਮਤਲਬ ਤੁਸੀਂ ਕਿਸੇ ਵੀ ਰੀਜਨਲ ਸਿਨੇਮਾ ਆਪਣਾ ਔਰ ਜੋ ਇੱਕ ਤੁਹਾਡੀ ਹਾਈਐਸਟ ਜਿਹੜੀ ਇੱਕ ਅਥਾਰਟੀ ਹੈਗੀ ਹੈ ਕਿਸੇ ਸਟੇਟ ਦੀ, ਜਦੋਂ ਆ ਕੇ ਹਨਾ ਤੁਹਾਡੇ ਨਾਲ ਬੈਠ ਕੇ ਔਰ ਸਾਰੀ ਫਿਲਮ ਮਤਲਬ ਔਰ ਉਹਨਾਂ ਦੇ ਰੁਝੇਵੇਂ ਔਰ ਕੰਮ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਇੰਨਾ ਟਾਈਮ ਨਹੀਂ ਦੇ ਪਾਉਂਦੇ ਹਨਾ, ਔਰ ਉਹਨਾਂ ਦਾ ਮਤਲਬ ਇਸ ਤਰੀਕੇ ਨਾਲ ਆਉਣਾ, ਆਪਣੀ ਫੈਮਿਲੀ ਨਾਲ ਆਉਣਾ ਔਰ ਪੂਰੀ ਫਿਲਮ ਦੇਖਣਾ ਹਨਾ, ਸਾਡੇ ਲਈ ਉਹ ਬਹੁਤ ਮਾਣ ਵਾਲੀ ਗੱਲ ਸੀਗੀ। ਸਾਨੂੰ ਬਹੁਤ ਵਧੀਆ ਲੱਗਿਆ, ਉਹ ਚੀਜ਼ਾਂ ਤੁਹਾਨੂੰ ਅੱਗੇ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਵੀ ਕਰਦੀਆਂ ਕਿ ਐਟਲੀਸਟ ਉਹਨਾਂ ਨੇ ਸਾਰੀ ਫਿਲਮ ਬੈਠ ਕੇ ਦੇਖੀ, ਇੰਨੇ ਉਹਨਾਂ ਦੇ ਰੁਝੇਵੇਂ ਨੇ, ਕੰਮ ਨੇ ਹਨਾ, ਤਾਂ ਉਹ ਸਾਡੇ ਲਈ ਸੱਚੀ 'ਚ ਬਹੁਤ ਮਾਣ ਵਾਲਾ ਮਤਲਬ ਪਲ ਸੀਗੇ। ਅਸੀਂ ਮਾਣ ਮਹਿਸੂਸ ਕੀਤਾ ਕਿ ਚਲੋ ਸਾਡੇ ਸਟੇਟ ਦੀ ਹਾਈਐਸਟ ਅਥਾਰਟੀ ਨੇ ਜੋ ਹੈ ਨਾ, ਉਹ ਸਾਡੇ ਨਾਲ ਬੈਠ ਕੇ ਸਾਡੀ ਫਿਲਮ ਦੇਖ ਰਹੇ ਨੇ। ਮੈਨੂੰ ਲੱਗਦਾ ਇਸ ਤੋਂ ਵੱਡੀ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ। ਜੀ ਬਿਲਕੁਲ, ਇੱਕ ਪ੍ਰਾਊਡ ਮੂਮੈਂਟ ਸੀ ਔਰ ਸਾਰੇ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਅਪਰੀਸ਼ੀਏਟ ਵੀ ਕੀਤਾ ਹੈ। ਸੋ ਤੁਸੀਂ ਇਸ ਦੇ ਲਈ ਤੁਹਾਡੀ ਪੂਰੀ ਟੀਮ ਮੁਬਾਰਕਬਾਦ ਦੀ ਜਿਹੜੀ ਉਹ ਪਾਤਰ ਹੈ। ਸੋ ਬਹੁਤ ਸਾਰੀਆਂ ਦੁਆਵਾਂ। ਬਟ ਇੱਕ ਗੱਲ ਜੋ ਮੈਨੂੰ ਤੁਹਾਡੇ ਪਰਸਨੈਲਿਟੀ ਦੇ ਅਕੋਰਡਿੰਗ ਸਾਰੇ ਮੇਰੇ ਮਮਾ ਕਹਿੰਦੇ ਨੇ ਵੀ ਤੁਸੀਂ ਜਿੰਨਾ ਹਲੀਮੀ ਦੇ ਨਾਲ ਝੁੱਕ ਕੇ ਰਹਿੰਦੇ ਹੋ, ਸਾਹਮਣੇ ਵਾਲਾ ਓਨਾ ਹੀ ਨਜ਼ਰ ਝੁਕਾ ਕੇ ਗੱਲ ਕਰਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਸਹੀ ਗੱਲ ਹੈ। ਨਜ਼ਰ ਝੁਕਾਣੀ ਉਹੀ ਝੁਕਾਉਂਦਾ ਜਿਹਨੂੰ ਸਾਹਮਣੇ ਵਾਲੇ ਨੂੰ ਦੇਖਣ ਦਾ ਦਿਲ ਕਰਦਾ। ਸੋ ਸਾਨੂੰ ਸਾਰੇ ਜੇ ਨਜ਼ਰਾਂ ਝੁਕਾ ਕੇ ਪਿਆਰ ਕਰਦੇ ਨੇ, ਸੋ ਬਹੁਤ ਅੱਛੀ ਗੱਲ ਹੈ ਦਾਦੂ। ਸੋ ਇਹ ਰਿਸਪੈਕਟ ਤੁਸੀਂ ਕਮਾਈ ਹੈ, ਜਿਹੜਾ ਤੁਸੀਂ ਅੰਮ੍ਰਿਤਸਰ ਚੱਕਰ ਲੱਗਿਆ ਕਿ ਨਹੀਂ ਮੁੜ ਕੇ? नहीं, मैं दर्शन करके आया बाबा जी। हाय ओके, कल भी जाऊंगा दर्शन करने। ਜਾਣਾ ਹੈ ਦੁਬਾਰਾ। ਓਕੇ, ਸੋ ਹਰਿੰਦਰ ਹੁਣ ਕੀ ਸੋਚਦੇ ਹੋ? ਤੁਹਾਨੂੰ ਵੀ ਲੱਗਦਾ ਹੈ ਕਿ ਸਕ੍ਰਿਪਟਿੰਗ ਦੇ ਵਿੱਚ ਕੁਝ ਨਾ ਕੁਝ ਰਹਿ ਗਿਆ? ਜਦੋਂ ਦਾਦੂ ਕਹਿੰਦੇ ਉਹਨਾਂ ਨੂੰ ਲੱਗਦਾ ਹੈ ਕਿ ਬੜੀ ਚੀਜ਼ਾਂ ਐਡ ਆਨ ਹੋ ਸਕਦੀਆਂ ਸੀ, ਨੈਕਸਟ ਟਾਈਮ ਉਹ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ। ਸੋ ਤੁਹਾਨੂੰ ਵੀ ਫਿਲਮ ਦੇਖ ਕੇ ਲੱਗਿਆ? ਹਾਂਜੀ ਬਿਲਕੁਲ ਲੱਗਦਾ, ਕਿਉਂਕਿ ਤੁਸੀਂ ਆਪਦਾ ਜਿੰਨਾ ਉਸ ਮਾਹੌਲ 'ਚ, ਉਹਨਾਂ ਰਿਸੋਰਸਿਸ ਦੇ ਵਿੱਚ, ਉਸ ਟਾਈਮ ਦੇ ਵਿੱਚ ਜਿੰਨਾ ਪੋਸੀਬਲ ਹੋ ਸਕਦਾ ਤੁਸੀਂ ਆਪਣਾ ਬੈਸਟ ਟੂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹੋ ਹੈ ਨਾ। ਔਰ ਇਸ ਫਿਲਮ 'ਚ ਅਸੀਂ ਇਹੀ ਕੀਤਾ ਕਿ ਜਿੰਨਾ ਹੋ ਸਕੇ ਅਸੀਂ ਜੋ ਵੀ ਚੀਜ਼ਾਂ ਹੈਗੀਆਂ ਉਹਨਾਂ ਦੇ ਅਕੋਰਡਿੰਗ ਮਤਲਬ ਵੱਧ ਤੋਂ ਵੱਧ ਮਿਹਨਤ ਕਰਕੇ ਵੀ ਚੀਜ਼ਾਂ ਪੋਸੀਬਲ ਕਰੀਏ ਹੈ ਨਾ। ਬਟ ਫਿਰ ਵੀ ਇਹ ਨਹੀਂ ਕਿ ਤੁਸੀਂ 100% ਕੁਝ ਅਚੀਵ ਕਰ ਲਿਆ ਹੈ ਨਾ। ਬਿਲਕੁਲ ਤੁਹਾਡੇ ਮਨ 'ਚ ਤੁਹਾਡੇ ਕੰਮ ਲਈ, ਫਿਲਮ ਲਈ ਚੀਜ਼ਾਂ ਹੁੰਦੀਆਂ ਕਿ ਆਪਾਂ ਇਹਨੂੰ ਹੋਰ ਇੱਦਾਂ ਪੋਲਿਸ਼ ਕਰ ਸਕਦੇ ਹਾਂ, ਇਹ ਹੋਰ ਇੰਪਰੂਵ ਹੋ ਸਕਦਾ, ਇਹ ਹੋਰ ਇਹਦੇ 'ਤੇ ਕੰਮ ਕੀਤਾ ਜਾ ਸਕਦਾ ਸੀ, ਜਾਂ ਉਹ ਤਾਂ ਉਹ ਚੀਜ਼ ਤਾਂ ਰਹਿੰਦੀ ਆ। ਪਰ ਕਿਸੇ ਵੀ ਚੀਜ਼ ਨੂੰ ਮੈਨੂੰ ਲੱਗਦਾ ਸੀ ਜਿੰਨਾ ਵੀ ਟਾਈਮ ਦਿਓ ਉਨਾ ਘੱਟ ਹੁੰਦਾ। ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਹੈ ਨਾ, ਜਿੰਨਾ ਚਾਹੋ ਤੁਸੀਂ ਇੰਪਰੂਵ ਕਰ ਸਕਦੇ ਹੋ, ਜਿੰਨਾ ਚਾਹੋ ਪੋਲਿਸ਼ ਕਰ ਸਕਦੇ। ਬਹੁਤ ਅੱਛੀ ਗੱਲ ਹੈ। ਸੋ ਫਿਲਮ ਤਾਂ ਹੁਣ ਲੱਗ ਚੁੱਕੀ ਹੈ, ਬਾਕੀ ਤੁਹਾਡਾ ਕੰਮ ਹੈ ਉਹਨੂੰ ਦੇਖਣਾ, ਉਹਨੂੰ ਸਪੋਰਟ ਕਰਨਾ। ਇਹਨਾਂ ਨੇ ਪੂਰੀ ਵਾਹ ਲਗਾ ਕੇ, ਪੂਰੀ ਮਿਹਨਤ ਕਰਕੇ ਅੱਛਾ ਖਾਸਾ ਸਮਾਂ ਦਿੱਤਾ ਇਸ ਕਨਸੈਪਟ ਨੂੰ। ਬਹੁਤ ਸੋਹਣਾ ਸੰਜੀਦਗੀ ਦੇ ਨਾਲ ਭਰਿਆ ਹੋਇਆ, ਲੇਕਿਨ ਨਾਲ ਦੇ ਨਾਲ ਹੀ ਸਿਚੁਏਸ਼ਨਲ ਕਾਮੇਡੀ ਜਾਂ ਬਹੁਤ ਸੋਹਣੇ ਸੋਹਣੇ ਮੋਮੈਂਟਸ ਦਾ ਇਸ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਮਿਕਸਚਰ ਦੇਖਣ ਨੂੰ ਮਿਲੇਗਾ। ਸੋ ਇੱਕ ਫੁੱਲ ਫਲੈਜਡ ਕੰਪਲੀਟ ਪੈਕਡ ਮੂਵੀ ਜਿਹੜੀ ਹੈਗੀ ਆ ਉਹ ਕਲੀ ਚੋਟਾ। ਬਾਕੀ ਤੁਹਾਨੂੰ ਦੋਨਾਂ ਨੂੰ ਪਟਿਆਲੇ ਆ ਲਿਓ ਤੇ ਅੰਮ੍ਰਿਤਸਰ ਆ ਲਿਓ, ਦਾਦੂ ਐਂਡ ਹਰਿੰਦਰ, ਆਲ ਦਾ ਵੈਰੀ ਬੈਸਟ। ਬਹੁਤ ਦੁਆਵਾਂ ਨੇ ਐਂਡ ਬਹੁਤ ਸ਼ੁਕਰੀਆ। ਔਰ ਉਮੀਦ ਕਰਦੇ ਹਾਂ ਕਿ ਜਦੋਂ ਵੀ ਦੁਬਾਰਾ ਇਕੱਠੇ ਆਓਗੇ ਹੋਰ ਸੋਹਣਾ ਸਮਾਜਿਕ ਕੋਈ ਇਹੋ ਜਿਹਾ ਵਿਸ਼ਾ ਲੈ ਕੇ ਆਓਗੇ ਜੋ ਸਾਡੇ ਸਾਹਮਣੇ ਹੋ ਰਿਹਾ ਪਰ ਅਸੀਂ ਆਵਾਜ਼ ਨਹੀਂ ਚੁੱਕ ਪਾ ਰਹੇ। ਸੋ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਕੁੜੀਆਂ ਦੇ ਹੱਕ ਦੀ ਬਹੁਤ ਸੋਹਣੀ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਦੀ ਸਰਾਹਨਾ ਕਰੋਗੇ ਔਰ ਇਸ ਨੂੰ ਆਪਣੇ ਸਾਥ ਦੇ ਨਾਲ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਤੇ ਵੱਡਾ ਕਰੋਗੇ। ਫਿਲਹਾਲ ਵੇਖਦੇ ਰਹੋ ਸਿਨੇ ਪੰਜਾਬੀ। ਆਪਣਾ ਦਾ ਰੱਖੋ ਖਿਆਲ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।